ਹਾਲੇਲੂਇਆ ਹਾਲੇਲੂਇਆ। ਸਾਰਿਆਂ ਨੂੰ ਬਹੁਤ ਪਿਆਰ ਭਰੀ ਜੈ ਮਸੀਹ ਦੀ। ਤੁਸੀਂ ਆਪਣੀਆਂ ਸੀਟਾਂ 'ਤੇ ਬੈਠ ਸਕਦੇ ਆ। ਥੈਂਕ ਯੂ ਸੋ ਮਚ। ਪ੍ਰਭੂ ਦੀ ਵਡਿਆਈ ਹੋਵੇ। ਪ੍ਰਭੂ ਨੇ ਇੱਕ ਹੋਰ ਨਵਾਂ ਦਿਨ ਆਪਾਂ ਨੂੰ ਦਿੱਤਾ ਕਿ ਆਪਾਂ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਕਰ ਸਕੀਏ। ਅਤੇ ਮੈਂ ਬਹੁਤ ਖੁਸ਼ ਹਾਂ ਅੱਜ ਦੇ ਦਿਨ ਦੇ ਲਈ, ਕਿਉਂਕਿ ਅੱਜ ਦਾ ਦਿਨ ਯਹੋਵਾ ਨੇ ਬਣਾਇਆ ਅਤੇ ਅਸੀਂ ਇਹਦੇ ਵਿੱਚ ਆਨੰਦਿਤ ਹਾਂ। ਹਾਲੇਲੂਇਆ ਹਾਲੇਲੂਇਆ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਠੀਕ ਹੋ, ਰਾਜੀ ਖੁਸ਼ ਹੋ। ਪਰਮੇਸ਼ਵਰ ਦੀ ਪੂਰੀ ਕਿਰਪਾ ਤੁਹਾਡੇ ਉੱਤੇ ਆ, ਤੁਹਾਡੇ ਸਭ ਕਾਸੇ ਦੇ ਉੱਤੇ ਆ। ਮੈਂ ਯਕੀਨ ਕਰਦੀ ਹਾਂ ਕਿ ਖਾਸ ਕਰਕੇ ਤੁਹਾਡੇ ਬੱਚਿਆਂ ਦੇ ਉੱਤੇ ਆ। ਆਮੇਨ ਹਾਲੇਲੂਇਆ ਹਾਲੇਲੂਇਆ। ਤੁਸੀਂ ਬਹੁਤ ਵਾਰੀ ਇਹ ਵਰਡ ਮੇਰੇ ਮੂੰਹ 'ਚੋਂ ਸੁਣਿਆ ਹੋਊਗਾ ਕਿ ਪਰਮੇਸ਼ਵਰ ਦੀ ਕਿਰਪਾ ਖਾਸ ਕਰਕੇ ਤੁਹਾਡੇ ਬੱਚਿਆਂ ਦੇ ਉੱਤੇ ਆ। ਜਿਹੜੇ ਵੀ ਲਾਈਵ ਸੈਸ਼ਨ ਦੇਖਦੇ ਆ ਕੋਜੇਵਲ ਚਰਚ ਦਾ, ਉਹਨਾਂ ਨੂੰ ਉਹ ਤਾਂ ਇਸ ਵਰਡ ਦੇ ਨਾਲ ਬੜੇ ਜੁੜੇ ਹੋਏ ਹੋਣਗੇ। ਇਹ ਮੈਂ ਇਸ ਲਈ ਕਹਿੰਦੀ ਹਾਂ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਨਾ ਪ੍ਰਭੂ ਵਿੱਚ ਨਹੀਂ ਸੀਗੇ। ਆਪਣੇ ਪੇਰੈਂਟਸ ਹੀ ਕਹਿ ਲਓ, ਹੈ ਨਾ। ਪਰ ਜਦੋਂ ਅਸੀਂ ਪ੍ਰਭੂ ਦੇ ਵਿੱਚ ਆ ਗਏ ਹਾਂ ਤਾਂ ਸਾਡੇ ਬੱਚਿਆਂ ਦੇ ਉੱਤੇ ਕਿੰਨੀ ਵੱਡੀ ਪਰਮੇਸ਼ਵਰ ਦੀ ਗ੍ਰੇਸ ਆ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਜਿਉਂਦੇ ਪਰਮੇਸ਼ਵਰ ਦੇ ਕੋਲ ਪ੍ਰਾਰਥਨਾਵਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ। ਅਤੇ ਮੈਨੂੰ ਇੱਦਾਂ ਲੱਗਦਾ ਕਿ ਸਾਡੇ ਬੱਚਿਆਂ ਦੇ ਉੱਤੇ ਪਰਮੇਸ਼ਵਰ ਦੀ ਬਹੁਤ ਵੱਡੀ ਕਿਰਪਾ ਆ। ਹਾਲੇਲੂਇਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਅਤੇ ਉਹਨਾਂ ਦੀ ਸ਼ਾਂਤੀ ਬਹੁਤੀ ਹੋਊਗੀ। ਔਰ ਤੁਹਾਨੂੰ ਪਤਾ ਸਿਰਫ ਇੰਨਾ ਹੀ ਨਹੀਂ ਲਿਖਿਆ ਕਿ ਤੁਹਾਡੇ ਪੁੱਤਰ, ਤੁਹਾਡੇ ਸਾਰੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ। ਤੁਹਾਡੇ ਜਿੰਨੇ ਵੀ ਬੱਚੇ ਆ ਉਹ ਸਾਰੇ ਪਰਮੇਸ਼ਵਰ ਦੇ ਵੱਲੋਂ ਸਿੱਖਿਆ ਪਾਏ ਹੋਏ ਹੋਣਗੇ। ਹਾਲੇਲੂਇਆ। ਸੋ ਭਾਵੇਂ ਆਪਾਂ ਅੱਜ ਆਏ ਹਾਂ, ਭਾਵੇਂ ਆਪਾਂ ਸਾਲ ਪਹਿਲਾਂ ਆਏ ਹਾਂ, ਪਰ ਸਾਡੇ ਜਿੰਨੇ ਵੀ ਬੱਚੇ ਆ, ਚਾਹੇ ਉਹ ਵੱਡੇ ਆ ਜਾਂ ਛੋਟੇ ਆ, ਪਰਮੇਸ਼ਵਰ ਦੀ ਕਿਰਪਾ ਉਹਨਾਂ ਉੱਤੇ ਆ। ਪ੍ਰਭੂ ਨੇ ਉਹਨਾਂ ਨੂੰ ਸਿਖਾ ਲੈਣਾ ਆ, ਸਮਝਾ ਲੈਣਾ ਆ, ਔਰ ਉਹਨਾਂ ਨੂੰ ਸ਼ਾਂਤੀ, ਪ੍ਰੇਮ ਅਤੇ ਆਨੰਦ ਵਿੱਚ ਬਣਾ ਕੇ ਰੱਖਣਾ ਆ। ਹਾਲੇਲੂਇਆ। ਸੋ ਮੈਨੂੰ ਪੂਰਾ ਯਕੀਨ ਹੈ ਕਿ ਪਰਮੇਸ਼ਵਰ ਦੀ ਖਾਸ ਕਿਰਪਾ ਤੁਹਾਡੇ ਬੱਚਿਆਂ ਦੇ ਉੱਤੇ ਆ। ਹਾਲੇਲੂਇਆ। ਪ੍ਰਭੂ ਦੀ ਵਡਿਆਈ ਹੋਵੇ। ਸੋ ਅੱਜ ਅਸੀਂ ਬਾਈਬਲ ਦੇ ਵਿੱਚੋਂ ਜਿਸ ਸਬਜੈਕਟ ਨੂੰ ਕਵਰ ਕਰਨਾ ਆ ਉਹ ਹੈਗਾ ਆ ਮਾਰਕ ਆਫ ਦਾ ਬੀਸਟ। ਥੋੜ੍ਹਾ ਖਤਰਨਾਕ ਵਿਸ਼ਾ ਆ, ਪਰ ਅੱਜ ਦਾ ਵਿਸ਼ਾ ਆ ਡੋਂਟ ਟੇਕ ਦਾ ਮਾਰਕ ਆਫ ਦਾ ਬੀਸਟ। ਆਪਣੇ ਉੱਤੇ ਸ਼ੈਤਾਨ ਦੀ ਮੋਹਰ ਨਾ ਲਿਓ। ਸੋ ਇਹ ਬਹੁਤ ਜ਼ਿਆਦਾ ਵੱਖ-ਵੱਖ ਤਰੀਕੇ ਦੇ ਨਾਲ ਇਹਨੂੰ ਜਿੱਦਾਂ ਸਮਝਿਆ ਗਿਆ ਆ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਅਤੇ ਉਹਨਾਂ ਵਿੱਚੋਂ ਹੀ ਜੋ ਰੈਵਲੇਸ਼ਨ ਪਰਮੇਸ਼ਵਰ ਨੇ ਆਪਣੀ ਦਾਸੀ ਦੇ ਉੱਤੇ ਜ਼ਾਹਿਰ ਕੀਤਾ, ਮੈਂ ਜ਼ਰੂਰ ਉਸ ਰੈਵਲੇਸ਼ਨ ਨੂੰ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਐਕਚੁਅਲ ਦੇ ਵਿੱਚ ਮਾਰਕ ਆਫ ਦਾ ਬੀਸਟ ਕੀ ਆ। ਕਿੰਨੇ ਜਾਣੇ ਜਾਣਨਾ ਚਾਹੁੰਦੇ ਕਿ ਅਸਲ ਵਿੱਚ ਜਿਹੜਾ ਆ ਸ਼ੈਤਾਨ ਦੀ ਮੋਹਰ ਜਿਹੜੀ ਆ ਉਹ ਕੀ ਆ। ਬਹੁਤ ਸਾਰਿਆਂ ਨੂੰ ਲੱਗਦਾ ਜੋ 666 666 ਜਿਹੜਾ ਆ 666 ਜੇ ਉਹ ਕਿਸੇ ਲੱਗ ਗਿਆ ਹੱਥ 'ਤੇ ਉਹਦਾ ਮਤਲਬ ਮਾਰਕ ਆਫ ਦਾ ਬੀਸਟ ਆ। ਪਰ ਜਦੋਂ ਤੁਸੀਂ, ਮੈਂ ਯਕੀਨ ਕਰਦੀ ਜੇ ਤੁਸੀਂ ਅੱਜ ਦਾ ਸਰਮਨ ਧਿਆਨ ਦੇ ਨਾਲ ਸੁਣੋਗੇ, ਜਾਗਦੇ ਰਹਿ ਕੇ ਸੁਣੋਗੇ, ਹੋ ਸਕਦਾ ਕਿਸੇ ਉੱਤੇ ਉਹਨੂੰ ਲੱਭ ਪਵੇ ਕਿ ਉਹਦੇ ਮੋਹਰ ਲੱਗੀ ਹੋਈ ਆ, ਪਰ ਉਹਦੇ 666 ਨਾ ਲਿਖਿਆ ਹੋਵੇ। ਫਿਰ ਵੀ ਇੱਥੇ ਬੈਠਿਆਂ 'ਚੋਂ ਵੀ ਕਿਸੇ ਨੂੰ ਉਹ ਮੋਹਰ ਲੱਭ ਪੈਣੀ ਕਿ ਉਹਦੇ ਉੱਤੇ ਲੱਗੀ ਹੋਈ ਆ। ਪਰ ਅੱਜ ਅਸੀਂ ਸਿਰਫ ਮਾਰਕ ਆਫ ਦਾ ਬੀਸਟ ਨਹੀਂ, ਪਰ ਉਹਦੇ ਨਾਲ ਨਾਲ ਹੀ ਮਾਰਕ ਆਫ ਦਾ ਗੋਡ ਜਿਹੜਾ ਆ ਉਹਦੇ ਉੱਤੇ ਵੀ ਗੱਲ ਕਰਾਂਗੇ। ਹਾਲੇਲੂਇਆ। ਸੋ ਬਹੁਤ ਧਿਆਨ ਦੇ ਨਾਲ ਤੁਸੀਂ ਅੱਜ ਦਾ ਜਿਹੜਾ ਪਰਮੇਸ਼ਵਰ ਦਾ ਕਲਾਮ ਆ ਇਹਨੂੰ ਸੁਣਿਓ। ਅੱਜ ਆਪਾਂ ਦੇਖੀਏ ਬੁੱਕ ਆਫ ਰੈਵਲੇਸ਼ਨ ਦੇ ਵਿੱਚੋਂ, ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਉਹਦਾ 13ਵਾਂ ਅਧਿਆਇ ਜਿਹੜਾ ਆ, ਇਹਨੂੰ ਆਪਾਂ ਸਭ ਤੋਂ ਪਹਿਲਾਂ ਜਿਹੜਾ ਆ ਇਹਦੇ ਵਿੱਚੋਂ ਆਪਾਂ ਪੜ੍ਹਦੇ ਹਾਂ। 13 ਅਧਿਆਇ ਉਹਦੀ 16, 17 ਅਤੇ 18 ਨੰਬਰ ਪੰਕਤੀ ਵਿੱਚ ਇੱਦਾਂ ਲਿਖਿਆ ਆ। ਕਹਿੰਦਾ ਅਤੇ ਉਹ ਸਭਨਾਂ ਛੋਟਿਆਂ ਵੱਡਿਆਂ, ਧਨੀਆਂ, ਗਰੀਬਾਂ, ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ ਅਤੇ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ, ਪਰ ਨਿਰਾ ਉਹਨੂੰ ਜਿਹਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਉਂ ਜਾਂ ਉਹਦੇ ਨਾਉਂ ਦਾ ਅੰਗ ਲੱਗਾ ਹੋਵੇ।
ਇਹ ਗਿਆਨ ਦਾ ਮੌਕਾ ਹੈ। ਜਿਹਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ। ਉਹ ਮਨੁੱਖ ਦਾ ਅੰਗ ਹੈ ਅਤੇ ਉਹਦਾ ਅੰਗ 666 ਹੈ। We just read it from Revelation chapter 13 verse 16 to 18, and it says, He causes all the small and the great, the rich and the poor, and the free and the slave to be given mark on their right hands or on their foreheads, and that no one would be able to buy or to sell unless he has that mark, the name of the beast or the number of his name. Here is the wisdom. He who has understanding, let him calculate the number of the beast, for it is the number of a man. His number is 666. Amen. So ਅਸੀਂ ਦੇਖਦੇ ਹਾਂ ਇੱਥੇ ਵਚਨ ਵਿੱਚ ਇਦਾਂ ਲਿਖਿਆ ਆ ਕਿ ਛੋਟਿਆਂ ਉੱਤੇ ਵੀ ਲੱਗਾ ਆ, ਵੱਡਿਆਂ ਉੱਤੇ ਵੀ ਆ, ਕਈਆਂ ਦੇ ਉੱਤੇ, ਪਰ ਧਨੀ ਜਿਹੜੇ ਆ ਉਹਨਾਂ ਦੇ ਵੀ ਲੱਗਾ ਆ, ਗਰੀਬਾਂ ਦੇ ਵੀ ਲੱਗਾ, ਜਿਹੜੇ ਆਜ਼ਾਦ ਆ, ਗੁਲਾਮ ਆ, ਉਹਨਾਂ ਦੇ ਜਾਂ ਮੱਥੇ ਉੱਤੇ ਲੱਗਾ ਹੋਇਆ ਆ ਜਾਂ ਰਾਈਟ ਹੈਂਡ ਉੱਤੇ ਲੱਗਾ ਹੋਇਆ ਆ। And as we just read now, and it says this mark is on the small and the great, also on the rich and the poor, and on the free and the slaves. It's been given the mark on their either right hand or on their forehead. ਜੇ ਤੁਹਾਨੂੰ ਇਦਾਂ ਲੱਗਦਾ ਆ ਕਿ ਇਹ ਜਿਹੜਾ ਮਾਰਕ ਆਫ ਦਾ ਬੀਸਟ ਆ ਇਹ ਸਾਨੂੰ ਕੋਈ ਚਿੱਪ ਦੇ ਰੂਪ ਵਿੱਚ ਜਾਂ ਟੈਟੂ ਦੇ ਰੂਪ ਵਿੱਚ ਦਿੱਤੇ ਜਾਣਾ ਆ, ਤੁਸੀਂ ਬਹੁਤ ਵੱਡੀ ਗਲਤਫਹਿਮੀ ਦੇ ਵਿੱਚ ਆ। And if you believe that this number 666 is going to be given to you in the form of the chip or in a tattoo form, then you are mistaking yourself. ਤੁਹਾਨੂੰ ਪਤਾ ਅੱਜ ਇਸ ਸਬਜੈਕਟ ਨੂੰ ਪ੍ਰਭੂ ਨੇ, ਮੈਂ ਆਫਿਸ ਵਿੱਚ ਸੀ ਜਦੋਂ ਪ੍ਰਭੂ ਨੇ ਇਹ ਮੈਨੂੰ ਕਿਹਾ ਇਸ ਵਿਸ਼ੇ ਤੇ ਤੂੰ ਗੱਲ ਕਰਨੀ ਆ। When I was in the office, that's when Lord spoke to me and said, this is the topic you're going to share with the people today. ਜੋ ਮੈਂ ਸੋਚਿਆ ਸੀ ਉਹ ਕੱਲ ਵਾਲੇ ਵਿਸ਼ੇ ਦੇ ਨਾਲ ਰਿਲੇਟਡ ਸੀਗਾ। What I was thinking, it was related with yesterday's sermon. ਪਰ ਪਰਮੇਸ਼ਵਰ ਨੇ ਕਿਹਾ ਕਿ ਅੰਤਲਾ ਸਮਾਂ ਜਿਹੜਾ ਹੈ ਉਹ ਧਰਤੀ ਤੇ ਆਇਆ ਹੋਇਆ ਆ, ਇਸ ਲਈ ਬਹੁਤ ਜ਼ਰੂਰੀ ਆ ਕਿ ਅੰਤਲੇ ਸਮੇਂ ਦੀ ਸਿੱਖਿਆ ਜਿਹੜੀ ਆ ਉਹ ਲੋਕਾਂ ਦੇ ਤੱਕ ਪਹੁੰਚ ਜਾਏ। And the Lord say end times are basically starting now, so it's very important my people know the knowledge of how they're going to be tackling the end times. ਬਹੁਤ ਸਾਰੇ ਲੋਕੀ ਅਜੇ ਇਦਾਂ ਉਹਨਾਂ ਨੂੰ ਲੱਗਦਾ ਆ ਉਹ ਟਾਈਮ ਆਉਣਾ ਆ ਜਦੋਂ ਮਾਰਕ ਆਫ ਦਾ ਬੀਸਟ ਸਾਰਿਆਂ ਨੂੰ ਦਿੱਤਾ ਜਾਣਾ ਆ। Many people believe that there's a time going to come when the mark of the beast going to be given to everybody. ਵੀ ਅਜੇ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨੂੰ ਇਦਾਂ ਲੱਗਦਾ ਆ। And this is not the time when exactly they are given. ਤੁਹਾਨੂੰ ਪਤਾ ਕੱਲ ਜਾਂ ਪਰਸੋਂ ਦੀ ਗੱਲ ਆ ਕਿ ਟੈਕਸਸ ਦੇ ਵਿੱਚ ਫਲੈਸ਼ ਫਲੱਡ ਆਇਆ। And then a couple of days back in Texas there was a flood came. ਉਹਦੇ ਵਿੱਚ 60 ਨਾਲੋਂ ਵੀ ਜ਼ਿਆਦਾ ਲੋਕੀ ਇੱਕੋ ਵਾਰੀ ਦੇ ਵਿੱਚ ਰੁੜ ਕੇ ਮਰ ਗਏ। And in there more than 7 people all flooded in there. ਔਰ ਬਹੁਤ ਸਾਰੇ ਲੋਕ ਉੱਥੇ ਗਾਇਬ ਹੋ ਗਏ। And many got disappeared. ਕਿਉਂਕਿ ਉੱਥੇ ਬੱਚਿਆਂ ਦੇ ਕੈਂਪ ਲੱਗੇ ਹੋਏ ਸੀਗੇ। As the children camp was there. ਇਸੇ ਤਰ੍ਹਾਂ ਹੀ ਇੰਡੀਆ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਕਲਾਊਡ ਬਰਸਟ ਹੋਇਆ ਔਰ ਉੱਥੇ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਚਿੱਕੜ ਦੇ ਵਿੱਚ ਦੱਬ ਕੇ ਮਰ ਗਏ ਔਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਮਿਸਿੰਗ ਆ। And in India as well there was a cloud bursted and many people died there and few are missing as well. So ਉਹਨਾਂ ਦਾ ਤੇ ਅੰਤ ਸਮਾਂ ਆ ਚੁੱਕਿਆ। Their end time has already appeared. ਲੋਕੀ ਪਹਿਲਾਂ ਦੇ ਨਾਲੋਂ ਜ਼ਿਆਦਾ ਤੇਜ਼ੀ ਨਾਲ ਮਰ ਰਹੇ ਆ। And we see people are dying more quicker than the past. ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਸਾਲ ਦੇ ਵਿੱਚ ਤੁਸੀਂ ਜਦੋਂ ਵੀ ਮੌਤਾਂ ਦੀ ਗਿਣਤੀ ਸੁਣੋਗੇ ਜਿੱਦਾਂ ਅੰਗੂਰਾਂ ਦੇ ਗੁੱਛੇ ਹੁੰਦੇ ਆ, ਲਾਈਕ ਇੱਕ ਇੱਕ ਦੀ ਗਿਣਤੀ ਨਹੀਂ ਸੁਣੋਗੇ ਪਰ ਤੁਸੀਂ ਇਕੱਠੀਆਂ ਕਈ ਮੌਤਾਂ ਦੀ ਜਿਹੜੀ ਆ ਉਹ ਖਬਰ ਸੁਣੋਗੇ। And in this year when you hear the news about the deaths, you won't hear the numbers in just 1 or 2. Instead you hear it like it's a bunch of graves, that you're going to hear a lot of numbers together. ਜਿਵੇਂ ਆਪਾਂ ਤੁਸੀਂ ਸੁਣੀ ਹੋਣੀ ਨਿਊਜ਼ ਇੰਡੀਆ ਦੇ ਵਿੱਚ 에ਅਰ ਇੰਡੀਆ ਪਲੇਨ ਕ੍ਰੈਸ਼ ਹੋਇਆ। You all must have heard the news about Air India crash. ਕਿੰਨੇ ਲੋਕੀ ਇਕੱਠੇ ਮਰ ਗਏ। And so many together died. ਇਸੇ ਤਰ੍ਹਾਂ ਹੀ ਬਹੁਤ ਸਾਰੇ ਡਿਜ਼ਾਸਟਰਸ ਜਿਹੜੇ ਆ ਉਹ ਇਸ ਸਾਲ ਦੇ ਵਿੱਚ ਆਏ, ਜਿਵੇਂ ਅਰਥਕੁਏਕ ਆਇਆ ਸੀਗਾ ਮਾਰਚ ਦੇ ਲਾਸਟ ਦੇ ਵਿੱਚ। And many other disasters took place as well, as we all heard about. There was an earthquake in March. ਉਹਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਮਰ ਗਏ। And the thousands of people died together. ਹੁਣ ਬਹੁਤ ਤੇਜ਼ੀ
ਤੇਜ਼ੀ ਦੇ ਨਾਲ ਮੌਤ ਇਸ ਧਰਤੀ ਉੱਤੇ ਆ ਰਹੀ ਆ। Death is coming on this earth very, very quickly. ਸੋ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਐਂਡ ਟਾਈਮ ਦੇ ਲਈ ਅਸੀਂ ਪ੍ਰਪੇਅਰ ਹੋ ਜਾਈਏ। So it's very important that we are ready for this end time. ਔਰ ਸਾਨੂੰ ਪਤਾ ਹੋਏ ਕਿ ਐਂਡ ਟਾਈਮ ਦੇ ਬਾਰੇ ਵਿੱਚ ਪਰਮੇਸ਼ਵਰ ਦਾ ਵਚਨ ਕੀ ਸਾਨੂੰ ਸਿਖਾ And ਰਿਹਾ ਹੈ। we should be aware what the Bible teaches about the end time. ਔਰ ਜਦੋਂ ਐਂਡ ਟਾਈਮ ਦੀ ਗੱਲ ਹੁੰਦੀ ਹੈ ਤੇ ਪਹਿਲੀ ਗੱਲ ਜਿਹੜੀ ਦਿਮਾਗ ਵਿੱਚ ਕਲਿੱਕ ਕਰਦੀ ਆ ਉਹ ਮਾਰਕ ਆਫ ਦਾ ਬੀਸਟ। And whenever we think about the end times, the first thing strikes our mind is mark of the beast. ਔਰ ਇੱਥੇ ਅਸੀਂ ਦੇਖਦੇ ਹਾਂ ਕਿ ਇਹ ਛੋਟਿਆਂ ਵੱਡਿਆਂ ਅਮੀਰਾਂ ਗਰੀਬਾਂ ਸਭ ਤੇ ਲੱਗਾ ਹੋਇਆ ਆ। And this thing gonna go on small, great, poor and rich as well. ਔਰ ਜਿਹਦੇ ਉੱਤੇ ਇਹ ਨਹੀਂ ਲੱਗਾ ਹੋਇਆ ਉਹਨਾਂ ਦੇ ਨਾਲ ਲੈਣ ਦੇਣ ਨਹੀਂ ਹੋ ਰਿਹਾ। And the one that haven't got the stamp, they're having no kind of selling or buying happening with them. ਪਰ ਇੱਕ ਬਹੁਤ ਹੀ ਖਾਸ ਗੱਲ ਇਸ ਵਚਨ ਵਿੱਚ ਲਿਖੀ ਹੋਈ ਆ। And really important thing has been written in this word. ਇਹਦੇ 18 ਆਇਤ ਦੇ ਵਿੱਚ ਲਿਖਿਆ ਇਹ ਗਿਆਨ ਦਾ ਮੌਕਾ ਹੈ। And in verse 18 he says, this is a time for the wisdom. ਜਿਹਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ। He says, who has understanding, let him the number of the beast. ਉਹ ਮਨੁੱਖ ਦਾ ਅੰਗ ਹੈ ਅਤੇ ਉਹਦਾ ਅੰਗ 666 ਹੈ। For it is the number of a man and his number is 666. ਇਹ ਸਾਨੂੰ ਅਕਲ ਦੇ ਨਾਲ ਸਮਝਣਾ ਪੈਣਾ ਆ। We need to understand that with the wisdom. ਇਦਾਂ ਹੀ ਨਹੀਂ ਵੀ ਜੇ ਕਿਸੇ ਨੇ ਸਾਨੂੰ ਕਹਿ ਦਿੱਤਾ ਉਹ ਤਾਂ ਇੱਕ ਚਿਪ ਪਾਉਣੀ ਆ ਉਹ ਤੁਹਾਡੇ ਹੱਥਾਂ ਵਿੱਚ ਲਾ ਦੇਣੀ ਆ ਅਸੀਂ ਹੁਣ ਉਸ ਜਿੰਨੀ ਦੇਰ ਤੱਕ ਉਹ ਚਿਪ ਨਹੀਂ ਆਉਂਦੀ ਅਸੀਂ ਉਨੀ ਦੇਰ ਤੱਕ ਅਵੇਅਰ ਨਹੀਂ ਹੋਣਾ। And it's not like that if somebody have said it to us that that chip, it's 666 going to come in the form of the chip, and until that not coming, we're not going to make ourselves aware about that. ਬਹੁਤ ਤੇਜ਼ੀ ਦੇ ਨਾਲ ਮਾਰਕ ਆਫ ਦਾ ਬੀਸਟ ਦੁਨੀਆ ਉੱਤੇ ਲੱਗ ਰਿਹਾ ਹੈ। And really quickly, with a very much speed, the mark of the beast is coming on people. ਔਰ ਬਹੁਤ ਸਾਰੇ ਲੋਕੀ ਮਾਰਕ ਆਫ ਦਾ ਬੀਸਟ ਲੈ ਚੁੱਕੇ ਹਨ। And many have already received mark of the beast. ਔਰ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਸਾਡੇ ਫਰੈਂਡ ਹੋ ਸਕਦੇ And ਹਨ। many could be our own friends. ਸਾਡੇ ਘਰਾਂ ਵਿੱਚ ਹੋ ਸਕਦੇ Or could ਹਨ be in our houses. ਤੇ ਹੋ ਸਕਦਾ ਕਿ ਸਾਡੇ ਵਿੱਚੋਂ ਹੀ ਕੋਈ ਹੋਵੇ। Or maybe someone among us. ਅਸਲ ਵਿੱਚ ਮਾਰਕ ਆਫ ਦਾ ਜਿਹੜਾ ਬੀਸਟ ਆ Actually, the mark of the beast is, ਉਹ ਅਣ ਆਗਿਆਕਾਰੀ ਨੂੰ ਦਰਸਾਉਂਦਾ ਹੈ। it shows unobedience. ਮਾਰਕ ਆਫ ਦਾ ਬੀਸਟ ਦਾ ਮਤਲਬ ਆ ਅਣ ਆਗਿਆਕਾਰ ਪੁੱਤਰ। The mark of the beast means unobedient son. ਜਿਹੜਾ ਵੀ ਪਰਮੇਸ਼ਵਰ ਦੇ ਹੁਕਮ ਨੂੰ ਨਹੀਂ ਮੰਨਦਾ The one don't abide by the word of God. ਉਹਦੇ ਉੱਤੇ ਮਾਰਕ ਆਫ ਦਾ ਬੀਸਟ ਲੱਗਾ ਹੋਇਆ ਆ। That person already have the mark of the beast on it. ਜਿਹਦੇ ਵੀ ਜੀਵਨ ਦੇ ਵਿੱਚ ਸ਼ੈਤਾਨ ਦੇ ਕੰਮ ਆ And whoever have the works of the devil in their life, ਉਹਦੇ ਉੱਤੇ ਮਾਰਕ ਆਫ ਦਾ ਬੀਸਟ ਜਿਹੜਾ ਆ ਉਹ ਲੱਗਾ ਹੋਇਆ ਆ। and the stamp of mark of the beast is already on them. ਜਿਹੜਾ ਪਰਮੇਸ਼ਵਰ ਦਾ ਇਨਕਾਰ ਕਰਦਾ ਆ Whoever denies the Lord, ਉਹਦੇ ਉੱਤੇ ਮਾਰਕ ਆਫ ਦਾ ਬੀਸਟ ਲੱਗਾ ਹੋਇਆ they ਆ। already have the mark of the beast. ਅੱਜ ਬਹੁਤ ਸਾਰੇ ਲੋਕ ਆ There are many people today, ਜਿਹੜੇ ਆਪਣੇ ਘਰ ਦਾ ਨੰਬਰ 666 ਨਹੀਂ ਲੈ ਰਹੇ the ones that don't want the house number to be 666, ਆਪਣੀ ਗੱਡੀ ਦਾ ਨੰਬਰ 666 or ਨਹੀਂ ਲੈ even the ਰਹੇ। car number 666. ਇੱਥੋਂ ਤੱਕ ਜੇ ਬਿਲਿੰਗ ਦੇ ਵਿੱਚ ਵੀ ਉਹਨਾਂ ਦਾ 666 ਬਿੱਲ ਬਣ ਜਾਵੇ And even if the bill comes to 666, ਤੇ ਉਹ ਇੱਕ ਹੋਰ ਚੀਜ਼ ਬਾਏ ਕਰਕੇ ਉਸ ਨੰਬਰ ਨੂੰ ਚੇਂਜ ਕਰਦੇ ਆ and they buy something and try to change the number, ਕਿਉਂਕਿ ਉਹ ਇਸ ਨੰਬਰ ਨਾਲੋਂ ਹੇਟ ਕਰਦੇ ਆ। as they hate that number. ਕਰਨੀ ਵੀ ਚਾਹੀਦੀ ਆ You should be hating that. ਪਰ ਉਹ ਲੋਕ ਜੋ ਇਸ ਨੰਬਰ ਨਾਲੋਂ ਤਾਂ ਨਫ਼ਰਤ ਕਰਦੇ ਆ But those people who hate 666, ਪਰ ਅਸਲ ਵਿੱਚ ਉਹਨਾਂ ਵਿੱਚੋਂ ਬਹੁਤਿਆਂ ਨੇ ਇਸ ਨੰਬਰ ਨੂੰ ਤਾਂ ਦਿਲ ਵਿੱਚ ਵਸਾ ਲਿਆ ਆ। but many out of them have already stamped it on their heart. ਉਹਨਾਂ ਨੇ ਘਰ ਦਾ ਨੰਬਰ ਨਹੀਂ ਲਿਆ They haven't taken that as their house number, ਪਰ ਝੂਠ ਬੋਲਣਾ ਨਹੀਂ ਛੱਡਿਆ। but they haven't stopped lying. ਉਹ ਘਰ ਦਾ ਨੰਬਰ 666 ਨਹੀਂ ਲੈ ਰਹੇ They are not taking the house number as ਪਰ 666, ਵਿਭਚਾਰ ਕਰਨਾ ਨਹੀਂ ਛੱਡਿਆ। but they're still in adultery. ਉਹਨਾਂ ਨੇ ਗੱਡੀ ਦਾ ਨੰਬਰ 666 ਨਹੀਂ ਲਿਆ They haven't taken the reg number as 666, ਪਰ ਉਹਨਾਂ ਨੇ ਪਰਮੇਸ਼ਵਰ ਦੀ ਆਗਿਆਕਾਰੀ ਕਰਨੀ ਸ਼ੁਰੂ ਨਹੀਂ ਕੀਤੀ। but they haven't started obeying the Lord, ਉਹ ਬਿਲਿੰਗ ਦੇ ਵਿੱਚ 666 ਨਹੀਂ ਲੈ ਰਹੇ and they not want the bill to be 666, ਪਰ ਕਿਸੇ ਦੀ ਮਦਦ ਵੀ ਨਹੀਂ ਕਰ ਰਹੇ। but they're not helping anybody else.
666 ਤੋਂ ਨਫ਼ਰਤ ਕਰਨਾ ਹੀ ਮਸਲੇ ਦਾ ਹੱਲ ਨਹੀਂ ਆ। It's not good enough just to hate 666. 666 ਤੋਂ ਬਚਣ ਦੇ ਲਈ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨੀ To ਹੋਊਗੀ। protect yourself from 666, you need to abide by the word of God. ਜਦੋਂ ਅਸੀਂ ਇੱਥੇ ਦੇਖਦੇ ਹਾਂ ਕਿ ਉਹ ਜਿਹੜਾ ਮੋਹਰ ਆ ਉਹ ਜਾਂ ਹੱਥ ਤੇ ਲਾਇਆ ਜਾਣਾ ਜਾਂ ਮੱਥੇ ਤੇ ਲਗਾਇਆ ਜਾਣਾ, And as we seen in the word, it says the stamp going to be either on the hand or on the forehead. ਉਹਦਾ ਸਿੱਧਾ ਸਿੱਧਾ ਮਤਲਬ ਆ ਜਾਂ ਤੁਹਾਡੀਆਂ ਸੋਚਾਂ ਸ਼ੈਤਾਨੀ ਹੋਣਗੀਆਂ ਜਾਂ ਤੁਹਾਡੇ ਕੰਮ ਸ਼ੈਤਾਨੀ ਹੋਣਗੇ। And it clearly means either your thinking will be evil or your handworks will be evil. ਉਹ ਮੱਥੇ ਉੱਤੇ ਮੋਹਰ ਦਾ ਮਤਲਬ ਆ ਤੁਹਾਡੀਆਂ ਸੋਚਾਂ ਦਾ ਸ਼ੈਤਾਨੀ ਹੋਣਾ। And when we say the stamp on forehead means that your thinking gonna be evil. ਬਹੁਤ ਸਾਰੇ ਲੋਕ ਆ ਉਹ ਲੋਕਾਂ ਤੋਂ ਡਰਦੇ ਗਲਤੀਆਂ ਨਹੀਂ ਕਰਦੇ, And many people are there who don't make mistakes because they fear from other people. ਪਰ ਉਹਨਾਂ ਦੀਆਂ ਸੋਚਾਂ ਗਲਤ ਚੱਲਦੀਆਂ But ਰਹਿੰਦੀਆਂ their ਆ। thinking and their thoughts are different and evil. ਉਹ ਡਰਦੇ ਆ ਜੇ ਕਿਸੇ ਨੂੰ ਅਸੀਂ ਗਲਤੀ ਕਰਦੇ ਫੜ ਹੋ ਗਏ ਸਜ਼ਾ ਮਿਲ ਸਕਦੀ ਆ, They're only under the fear if we make a mistake and we get caught, we will be under punishment. ਪਰ ਉਹ ਆਪਣੇ ਦਿਮਾਗ ਦੇ ਅੰਦਰ ਬਹੁਤ ਗਲਤ ਚੀਜ਼ਾਂ ਨੂੰ ਚਲਾਉਂਦੇ ਰਹਿੰਦੇ ਆ। But in their mind, lot of wrong things are revolving. ਇਦਾਂ ਹੀ ਬਹੁਤ ਸਾਰੇ ਲੋਕ ਆ ਉਹ ਆਪਣੇ ਹੱਥਾਂ ਨਾਲ ਭਾਵ ਆਪਣੇ ਸਰੀਰ ਨਾਲ ਗਲਤ ਕੰਮ ਕਰਦੇ ਆ। And many people with their hands or with their body do wrong things. ਜਿਨ੍ਹਾਂ ਦੀਆਂ ਸੋਚਾਂ ਗਲਤ ਆ Those have a bad thinking. ਉਹਨਾਂ ਦੇ ਮੱਥੇ ਉੱਤੇ ਮਾਰਕ ਆਫ ਦਾ ਬੀਸਟ ਲੱਗ ਚੁੱਕਾ ਆ। Their mark of the beast stamp is already been stamped on them. ਜਿਨ੍ਹਾਂ ਦੇ ਕੰਮ ਗਲਤ ਆ Those works are wrong. ਉਹਨਾਂ ਦੇ ਕੰਮਾਂ ਹੱਥਾਂ ਦੇ ਉੱਤੇ ਮਾਰਕ ਆਫ ਦਾ ਬੀਸਟ ਲੱਗ ਚੁੱਕਾ ਆ। And on their hands, the mark of the beast stamp is already been stamped. ਸਾਨੂੰ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਆ We don't need to wait for ਕਿ ਕਦੋਂ ਮਾਰਕ ਆਫ ਦਾ ਬੀਸਟ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇਗਾ। when the mark of the beast gonna be started. ਬਹੁਤ ਸਾਰੇ ਲੋਕ ਸੋਚਦੇ ਜਦੋਂ ਮਾਰਕ ਆਫ ਦਾ ਬੀਸਟ ਸ਼ੁਰੂ ਕੀਤਾ ਗਿਆ ਉਦੋਂ ਅਸੀਂ ਕੀ ਕਰਾਂਗੇ। And many people think once the round of mark of the beast gonna start to be getting stamped on people, what we gonna do? ਅਸੀਂ ਕਿੱਥੇ ਭੱਜ ਕੇ Where we ਜਾਵਾਂਗੇ, gonna run away? ਸਾਨੂੰ ਰੋਟੀ ਪਾਣੀ ਨਹੀਂ ਮਿਲਣਾ। Are we not gonna get any food? ਪਰ ਉਹਨਾਂ ਨੂੰ ਲੱਗਦਾ ਕਿ ਅਜੇ ਇਹ ਕੰਮ ਸ਼ੁਰੂ ਹੋਣਾ ਆ, They are thinking this work gonna start. ਪਰ ਆਲਰੇਡੀ ਇਹ ਹੋ ਚੁੱਕਾ ਆ। But this has already started. ਤੁਸੀਂ ਅਗਰ ਤੁਹਾਡੀਆਂ ਸੋਚਾਂ ਪਵਿੱਤਰ ਨਹੀਂ ਆ ਤਾਂ ਤੁਸੀਂ ਲੈ ਚੁੱਕੇ ਹੋ ਸੰਕ ਨੂੰ। And if your thinking is not correct or holy, that means you already have received the mark of the beast. ਵਚਨ ਦੇ ਵਿੱਚ ਲਿਖਿਆ ਇਹ ਗਿਆਨ ਦਾ ਮੌਕਾ ਆ। And in the word says it's a time for the wisdom. ਇਹਨੂੰ ਸਮਝਣਾ ਪੈਣਾ ਆ। You need to understand this. ਲਿਖਿਆ ਇਹ ਮਨੁੱਖ ਦਾ ਅੰਗ ਆ। And it says it's a part of the human. ਇਹਦਾ ਮਤਲਬ ਇਹ ਹੋਇਆ ਕਿ ਉਹ ਮਨੁੱਖ ਦੇ ਹੀ ਅੰਦਰ ਆ। That means that's already in a man. ਸਾਨੂੰ ਇਹ ਮੋਹਰ ਲਵਾਉਣ ਕਿਤੇ ਬਾਹਰ ਨਹੀਂ ਜਾਣਾ ਪੈਣਾ। So for this time we don't need to go anywhere out. ਤੁਹਾਡੇ ਕੰਮਾਂ ਨੇ ਤੁਹਾਡੀਆਂ ਸੋਚਾਂ ਨੇ ਹੀ ਇਸ ਮੋਹਰ ਨੂੰ ਲਵਾਉਣਾ ਆ। Your works and your thinking gonna actually get that stamp for you. ਤੁਸੀਂ ਬਚਣਾ ਆ ਤਾਂ ਇੱਕੋ ਇੱਕ ਰਾਹ ਆ। And if you want to protect yourself, there's only one way. ਔਰ ਉਹ ਰਾਹ ਆ ਪਰਮੇਸ਼ਵਰ ਦਾ। And that way is the Lord's way. ਤੁਸੀਂ ਪਰਮੇਸ਼ਵਰ ਨੂੰ ਅਗਰ ਫੋਲੋ ਕਰੋਗੇ ਤਾਂ ਬਚੇ ਰਹੋਗੇ। And if you follow the Lord, then only you will be saved. ਅਦਰਵਾਈਜ਼ ਤੁਹਾਡੇ ਉੱਤੇ ਇਹ ਮੋਹਰ ਜ਼ੋਰਾ ਜ਼ਰਬੀ ਲੱਗ ਜਾਣੀ ਆ। Otherwise this stamp gonna get onto you forcefully. ਜਦੋਂ ਆਪਾਂ ਦੇਖਦੇ ਆ ਵੀ ਇਹਦੇ ਬਿਨਾ ਲੈਣ ਦੇਣ ਨਹੀਂ ਹੋ ਰਿਹਾ। And when we see there's no exchange is happening without this. ਔਰ ਤੁਸੀਂ ਦੇਖੋ ਅੱਜ ਦੇ ਸਮੇਂ ਵਿੱਚ ਕੀ ਹੋ ਰਿਹਾ ਆ। And if you look at today's time and see what things are happening. ਦੋ ਹਿੱਸਿਆਂ ਵਿੱਚ ਲੋਕੀ ਵੰਡੇ ਜਾ ਚੁੱਕੇ ਆ। People are divided into two. ਇੱਕ ਪਾਸੇ ਆ ਉਹ ਲੋਕ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਆ। One side is those people who follow the Lord. ਅਤੇ ਦੂਜੇ ਪਾਸੇ ਆ ਉਹ ਸਾਰੇ ਲੋਕ ਜਿਹੜੇ ਯਿਸੂ ਮਸੀਹ ਦਾ ਇਨਕਾਰ ਕਰਦੇ ਆ। And second side is the one denies the Lord. ਮੈਨੂੰ ਇੱਥੇ ਦਾ ਤੇ ਪਤਾ ਨਹੀਂ ਪਰ ਇੰਡੀਆ ਦੇ ਵਿੱਚ ਤੇ ਹੋਰ ਬਹੁਤ ਮੁਲਕਾਂ 'ਚ ਇਦਾਂ ਹੋ ਰਿਹਾ ਆ। I don't know about here, but in India and many other countries this is happening. ਬਹੁਤ ਸਾਰਿਆਂ ਲੋਕਾਂ ਨੇ ਰਲ ਕੇ ਇਦਾਂ ਸਲਾਹ ਕਰ ਲਈ ਆ। Many have came into a discussion and decided ਜਿਹੜੇ ਚਰਚ ਨੂੰ ਜਾਂਦੇ ਆ ਇਹਨਾਂ ਦੇ ਘਰਾਂ ਨੂੰ ਵਿਜ਼ਿਟ ਨਹੀਂ ਕਰਨਾ। those visit the church stop attending their houses. ਇਹਨਾਂ ਦੇ ਵਿਆਹਾਂ ਸ਼ਾਦੀਆਂ 'ਚ ਨਹੀਂ ਜਾਣਾ। And don't go
into the marriages ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਰੱਖਣਾ। and no exchange with them either. ਸਾਡੇ ਉੱਥੇ ਤਾਂ ਬਹੁਤ ਸਾਰੀਆਂ ਪੰਚਾਇਤਾਂ ਨੇ ਰਿਟਨ ਦੇ ਵਿੱਚ ਇਹ ਫਰਮਾਨ ਜਾਰੀ ਕਰ ਦਿੱਤੇ And ਆ many of the councils they have already declared that through in a writing form. ਕਿ ਜਿਹੜੇ ਲੋਕੀ ਵੀ ਯਿਸੂ ਮਸੀਹ ਨੂੰ ਮੰਨਦੇ ਆ ਇਹਨਾਂ ਦੇ ਨਾਲ ਆਪਣੇ ਰਿਸ਼ਤੇ ਤੋੜ ਦਿਓ। Those believe in Jesus break all the relationships with them. ਇਹ ਪੰਚਾਇਤਾਂ ਨੇ ਲਿਖ ਕੇ ਜਾਰੀ ਕਰ And ਦਿੱਤਾ ਹੈ। councils have issued this in writing. ਉਹਨਾਂ ਨੇ ਕਿਹਾ ਇਹਨਾਂ ਨੂੰ ਭਾਂਡੇ ਦੇਣੇ ਬੰਦ ਕਰ ਦਿਓ, They have said stop giving them dishes ਇਹਨਾਂ ਦੀਆਂ ਮਰਗਾਂ ਤੇ ਜਾਣਾ ਬੰਦ ਕਰ or ਦਿਓ। even on the funerals. ਇੱਥੋਂ ਤੱਕ ਕਿ ਮੁਰਦਿਆਂ ਨੂੰ ਦਫਨਾਉਣ ਦੇ ਲਈ ਉੱਥੇ ਜਗ੍ਹਾ ਦੇਣੀ ਵੀ ਬੰਦ ਹੋ ਰਹੀ ਆ। Even they have stopped giving them land for funerals or burying someone. ਜੇ ਕੋਈ ਕਿਸੇ ਦੇ ਘਰ ਆਉਂਦਾ ਆ ਜਿੱਦਾਂ ਮਰਗ ਤੇ ਬੈਠਣ ਦੇ ਲਈ ਕੋਈ ਉਹਨਾਂ ਨੂੰ ਕੱਪੜੇ ਚਾਹੀਦੇ ਉਹ ਵੀ ਨਹੀਂ ਦਿੱਤੇ ਜਾ ਰਹੇ। And when somebody comes to their house and when you sit in a funeral they give some clothes, they're not even giving that. ਅਰ ਇਹ ਕੀ ਆ? What is that? ਲੈਣ ਦੇਣ ਜਿਹੜਾ ਆ ਉਹ ਬੰਦ ਹੋ ਰਿਹਾ ਆ। So the exchange is stopping. ਭਾਵ ਜੇ ਤੁਸੀਂ ਉਹਨਾਂ ਦੇ ਗਲਤ ਕੰਮਾਂ ਦੇ ਵਿੱਚ ਹਾਮੀ ਨਹੀਂ ਭਰੋਗੇ, If you don't agree in the bad works, ਉਹ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਆ ਉਹ ਦੇਣ ਲਈ ਐਗਰੀ ਨਹੀਂ ਕਰਦੇ। they won't agree to give you anything. ਜਦੋਂ ਤੁਸੀਂ ਇਸ ਸੰਸਾਰ ਦੇ ਵਿੱਚ ਚੰਗੀ ਤਰ੍ਹਾਂ ਝਾਤੀ ਮਾਰਨ ਦੀ ਕੋਸ਼ਿਸ਼ ਕਰੋਗੇ, When you deeply look into this world, ਤੁਹਾਨੂੰ ਨਜ਼ਰ ਆਏਗਾ ਕਿ ਕੌਣ ਲੋਕੀ ਜਿਹੜੇ ਆ ਉਹ ਤਰੱਕੀਆਂ ਕਰ ਰਹੇ ਆ। and you'll see which people are progressing in their life. ਅੱਜ ਕੱਲ ਜਿਹੜੇ ਪਾਪ ਦੇ ਵਿੱਚ ਆ Those are in sin these days. ਉਹਨਾਂ ਦੀ ਯੂਨਿਟੀ ਹੋ ਰਹੀ ਆ They are in unity. ਔਰ ਉਹ ਰਲ ਕੇ ਚੀਜ਼ਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਰਹੇ ਆ। And then together they're trying to bring things in their control. ਉਹ ਫੂਡ ਉੱਤੇ ਕੰਟਰੋਲ ਕਰ ਰਹੇ ਆ। They're trying to have control on food. ਉਹ ਤੁਹਾਡੇ ਹਰੇਕ ਚੀਜ਼ ਦੇ ਉੱਤੇ ਤੁਹਾਡੇ ਧਨ ਦੌਲਤ ਉੱਤੇ ਕੰਟਰੋਲ ਕਰ ਰਹੇ ਆ। Even on your finances, on your wealth, they're trying to have a control. ਅਗਰ ਤੁਸੀਂ ਉਹਨਾਂ ਦੀਆਂ ਗਲਤ ਚੀਜ਼ਾਂ ਵਿੱਚ ਹਾਮੀ ਨਹੀਂ ਭਰੋਗੇ, And if you're not agreeing with them in the wicked ways, ਉਹ ਤੁਹਾਡੇ ਨਾਲ ਲੈਣ ਦੇਣ ਨਹੀਂ ਕਰਨਗੇ। they won't have any exchange with you. ਉਹ ਤੁਹਾਨੂੰ ਇਹ ਨਹੀਂ ਪੁੱਛਣਗੇ ਦਿਖਾ ਤੇਰੇ 666 ਕਿੱਥੇ They ਲਿਖਿਆ won't ਆ। ask you to show where 666 is saying on your ਵੀ ਜੇ ਤੂੰ yourself. 666 ਲਿਖਿਆ ਆ ਆ ਜਾ ਤੈਨੂੰ ਕਣਕ ਦਾ ਬੋਰਾ And if ਚੁਕਾ you do ਦਈਏ। have 666, then come and we'll make you the leader of that. ਨਹੀਂ, ਪਰ ਉਹ ਇਦਾਂ ਕਹਿਣਗੇ But instead they'll say, ਤੂੰ ਸਾਡੀਆਂ ਸੋਚਾਂ ਦੇ ਨਾਲ ਨਹੀਂ ਚੱਲਦਾ। as you're not walking with our thinkings, ਜਿਹੜੇ ਕੰਮ ਅਸੀਂ ਤੈਨੂੰ ਕਰਨ ਨੂੰ ਕਹਿੰਦੇ ਤੂੰ ਉਹ ਕੰਮ ਨਹੀਂ ਕਰਦਾ। the things we are telling you to do, you're not doing those. ਇਸ ਲਈ ਅਸੀਂ ਤੈਨੂੰ ਇਹ ਚੀਜ਼ਾਂ ਨਹੀਂ For ਦੇਵਾਂਗੇ। that reason, we're not going to give you these things. ਸੋ ਜਿੱਦਾਂ ਸ਼ੈਤਾਨ ਦੀ ਮੋਹਰ ਆ, The way we got devil's stamp, ਇਦਾਂ ਹੀ ਪਰਮੇਸ਼ਵਰ ਦੀ ਵੀ ਮੋਹਰ ਆ। similarly there's a stamp for God as well. ਔਰ ਅੱਜ ਆਪਾਂ ਇਹਨਾਂ ਚੀਜ਼ਾਂ ਨੂੰ ਪਵਿੱਤਰ ਬਾਈਬਲ ਚੋਂ ਕਲੀਅਰ ਕਰਨਾ ਆ। And we're going to clear these things from the word of God. ਸੋ ਸਭ ਤੋਂ ਪਹਿਲਾਂ ਇਸ ਗੱਲ ਨੂੰ ਪੱਲੇ ਬੰਨ ਲਓ ਕਿ ਸ਼ੈਤਾਨ ਦੀ ਮੋਹਰ ਹੈ ਕੀ। Firstly, you need to understand what the devil's stamp is. ਗਲਤ ਸੋਚਾਂ ਦਾ ਹੋਣਾ ਸ਼ੈਤਾਨ ਦੀ ਮੋਹਰ ਆ। Bad, wicked thinking is from the evil. ਔਰ ਗਲਤ ਕੰਮਾਂ ਦਾ ਹੋਣਾ ਜਿਹੜਾ ਆ ਉਹ ਸ਼ੈਤਾਨ ਦੀ Or the ਮੋਹਰ ਆ। wrong works are the proof of the stamp of the devil. ਪਾਪ ਵਾਲੀ ਸੋਚ ਮਤਲਬ ਮੱਥੇ ਉੱਤੇ ਮੋਹਰ। And if you have an evil thinking, that means you got stamp on your forehead. ਔਰ ਗਲਤ ਕੰਮ ਭਾਵ ਹੱਥਾਂ ਉੱਤੇ ਮੋਹਰ। And if you're doing some wrong works, that means your hands already been stamped as a ਤੁਸੀਂ ਦੇਖੋ ਬਹੁਤ devil's ਸਾਰੇ stamp. ਲੋਕ ਹੱਥਾਂ ਨਾਲ ਰਿਸ਼ਵਤ ਲੈਂਦੇ ਆ। And you see with the hand, many people receive bribes ਗਲਤ ਗਵਾਹੀ ਵਾਸਤੇ ਸਾਈਨ ਕਰ or ਦਿੰਦੇ ਆ। sign some wrong witnesses, ਹੱਥਾਂ ਨਾਲ ਚੋਰੀਆਂ ਕਰਦੇ ਆ। or they steal with their hands, ਹੱਥਾਂ ਦੇ ਨਾਲ ਬਹੁਤ ਲੜਾਈਆਂ ਝਗੜੇ or ਕਰਦੇ ਆ। even involved in fights with their hands. ਹੱਥ ਸਿੰਬਲ ਆ ਜ਼ੋਰ ਦੇ। As your hand is a symbol for a power. ਜਿਹੜੇ ਆਪਣੇ ਜ਼ੋਰ ਨਾਲ ਗਲਤ ਕੰਮ ਕਰਦੇ ਆ, The one do wrong things with their strength, ਉਹ ਆਪਣੇ ਹੱਥ ਉੱਤੇ ਸ਼ੈਤਾਨ ਦੀ ਮੋਹਰ ਨੂੰ ਲੈ ਚੁੱਕੇ ਆ। they have already received the stamp of the devil on their hand. ਮੈਂ ਤੁਹਾਨੂੰ ਵਚਨ ਚੋਂ ਹੀ ਦਿਖਾਵਾਂਗੀ ਕਿ ਹੱਥ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਆ। And from word I'll show you what hands represents. ਜਦੋਂ ਅਸੀਂ ਯਸਾਇਆ ਦੀ ਕਿਤਾਬ ਪੜ੍ਹਦੇ ਆ, When we look in Isaiah, ਉਹਦੇ ਵਿੱਚ ਲਿਖਿਆ ਆ ਤੂੰ ਨਾ ਡਰ ਨਾ ਘਬਰ, and he says in there, don't be afraid or don't get weary. ਮੈਂ ਤੇਰਾ ਪਰਮੇਸ਼ਵਰ I'm your God. ਤੇਰੇ ਅੱਗੇ ਅੱਗੇ ਚੱਲਾਂਗਾ I'll walk in front of you. ਅਤੇ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ। And I will protect you with my right and victorious hand. ਭਾਵ ਮੈਂ ਆਪਣੇ ਜ਼ੋਰ ਦੇ ਨਾਲ ਤੈਨੂੰ ਪ੍ਰੋਟੈਕਟ ਕਰਾਂਗਾ। That means with my own strength and power, I will protect you. ਇਹ ਜਿਹੜਾ ਹੱਥ ਆ ਇਹ ਰਿਪਰੈਜ਼ੈਂਟ ਕਰਦਾ ਆ ਜ਼ੋਰ ਨੂੰ। So this
hand represents the power and the strength. ਔਰ ਸੱਜੇ ਹੱਥ ਦਾ ਮਤਲਬ ਆ ਤੁਹਾਡਾ ਸਾਰਾ ਜ਼ੋਰ। And right hand means your full strength. ਤੁਸੀਂ ਲੈਫਟ ਹੈਂਡ ਦੇ ਨਾਲ ਉਨਾ ਜ਼ੋਰ ਨਹੀਂ ਲਾ ਸਕਦੇ ਜਿੰਨਾ ਤੁਸੀਂ ਸੱਜੇ ਹੱਥ ਦੇ ਨਾਲ ਲਾ As you ਸਕਦੇ ਹੋ। can't do the strength work with the left hand as much you can do with your right hand. ਸੋ ਜੇ ਤੁਹਾਡੇ ਸੱਜੇ ਹੱਥ ਦੇ ਕੰਮ ਜਿਹੜੇ ਆ ਉਹ ਗੁਨਾਹ ਵਾਲੇ ਆ, And if your right hand works are evil or wicked, ਇਹਦਾ ਮਤਲਬ ਤੁਹਾਡੇ ਸੱਜੇ ਹੱਥ ਉੱਤੇ ਮਾਰਕ ਆਫ ਦਾ ਬੀਸਟ ਲੱਗ ਚੁੱਕਾ ਆ। that means the stamp of the mark of the beast is already on your right hand. ਸੋ ਹੁਣ ਤੁਸੀਂ ਚੈੱਕ ਕਰਨਾ ਆ ਕਿ ਤੁਹਾਡੇ ਉੱਤੇ ਕਿਹੜੀ ਸਟੈਂਪ ਲੱਗੀ ਹੋਈ ਆ। So now you're going to check yourself, what stamp do you hold? ਕਿਤੇ ਤੁਸੀਂ ਗਲਤੀ ਦੇ ਨਾਲ ਮਾਰਕ ਆਫ ਦਾ ਬੀਸਟ ਲੈ ਕੇ ਤੇ ਨਹੀਂ ਤੁਰੇ Or ਫਿਰਦੇ। by mistake have you received the mark of the beast on yourself? ਜਦੋਂ ਵੀ ਸੋਚਾਂ ਚੱਲਣ ਉਦੋਂ ਸੋਚਣਾ ਆ ਕਿ ਕਿਤੇ ਮੇਰੇ ਮੱਥੇ ਉੱਤੇ ਮਾਰਕ ਆਫ ਦਾ ਬੀਸਟ ਤੇ ਨਹੀਂ ਆ And ਰਿਹਾ। whenever you think in your mind, you need to think, have I received the stamp of mark of the beast on my ਔਰ forehead? ਕੰਮ ਕਰਨ ਲੱਗਿਆਂ ਵੀ ਤੁਸੀਂ ਆਪਣੇ ਕੰਮਾਂ ਨੂੰ ਚੈੱਕ ਕਰੋ ਕਿ ਮੇਰੇ ਹੱਥ ਉੱਤੇ ਕਿਤੇ ਸ਼ੈਤਾਨ ਦੀ ਮੋਹਰ ਤੇ ਨਹੀਂ ਲੱਗੀ And ਹੋਈ। when you do any works, check your hands that whether the mark of the beast is on your hand. ਸੋ ਛੋਟੇ ਛੋਟੇ ਬੱਚਿਆਂ ਜਿੱਦਾਂ ਇੱਥੇ ਅਸੀਂ ਦੇਖਦੇ ਆ ਕਿ ਛੋਟਿਆਂ ਦੇ ਉੱਤੇ ਵੀ ਲੱਗੀਆਂ ਹੋਈਆਂ ਆ ਮੋਹਰਾਂ ਤੇ ਵੱਡਿਆਂ ਦੇ ਉੱਤੇ ਵੀ ਲੱਗੀਆਂ ਹੋਈਆਂ ਆ। And it says the stamp is on the small and the great as well, ਅਮੀਰਾਂ ਉੱਤੇ ਲੱਗੀਆਂ ਹੋਈਆਂ, ਗਰੀਬਾਂ ਉੱਤੇ ਲੱਗੀਆਂ ਹੋਈਆਂ, even on the rich and the poor, ਆਜ਼ਾਦ ਉੱਤੇ ਲੱਗੀਆਂ ਹੋਈਆਂ, ਗੁਲਾਮਾਂ ਦੇ ਉੱਤੇ ਲੱਗੀਆਂ even ਹੋਈਆਂ। on the free or the slaves. ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅੱਜ ਕੱਲ ਹੋ ਕੀ ਰਿਹਾ ਆ। I want to really tell you what is happening these days. ਨਿੱਕੇ ਨਿੱਕੇ ਨਿਆਣੇ ਜਦੋਂ ਇੱਕ ਦੂਜੇ ਨਾਲ ਦੋਸਤੀ ਕਰਦੇ ਆ Little children, when they have friendship with others, ਤੇ ਉਹ ਪੁੱਛਦੇ ਆ ਤੂੰ ਕਿਹਨੂੰ ਮੰਨਦਾ ਆ। the first thing they ask, who do you follow? ਤੁਸੀਂ ਸਮਝ ਰਹੇ ਹੋ ਮੰਨਦੇ ਦਾ ਮਤਲਬ? Do you understand what to say about ਤੂੰ ਕਿਹੜੇ following? ਰਿਲੀਜਨ ਨੂੰ ਫੋਲੋ ਕਰਦਾ ਆ? Means which religion do you follow? ਇਹ ਮੋਹਰ ਲੱਗ ਚੁੱਕੀ ਆ। This is a stamp they got. ਉਹਨਾਂ ਦੇ ਘਰ ਦੇ ਉਹਨਾਂ ਨੂੰ ਸਿਖਾ ਰਹੇ ਆ As their houses are teaching them, ਤੁਸੀਂ ਯਿਸੂ ਮਸੀਹ ਨੂੰ ਮੰਨਣ ਵਾਲਿਆਂ ਨੂੰ ਆਪਣੇ ਦੋਸਤ ਨਹੀਂ ਬਣਾਉਣਾ। those follow Jesus, don't make them your friends. ਮੇਰੀ ਛੋਟੀ ਬੇਟੀ ਨੇ ਕਿੰਨੀ ਵਾਰੀ ਆਣ ਕੇ ਸਾਨੂੰ ਇਹ ਕੁਐਸਚਨ ਕੀਤਾ ਆ, And many times my youngest daughter came and questioned us, ਮੰਮਾ ਅਸੀਂ ਕਿਹੜੇ ਧਰਮ ਨੂੰ ਮੰਨਦੇ ਆ। Mama, what religion do we follow? ਉਹ ਆਪਣੀ ਗ੍ਰੈਂਡਮਾ ਨੂੰ ਬਹੁਤ ਜ਼ਿਆਦਾ ਵਾਰੀ ਪੁੱਛ ਚੁੱਕੀ ਆ, And many times she have asked this question to her grandmother. ਵੱਡੇ ਮੰਮਾ ਅਸੀਂ ਕਿਹੜੇ ਧਰਮ ਨੂੰ ਮੰਨਦੇ ਆ। Grandmother, which religion do we follow? ਇੱਕ ਦਿਨ ਮੰਮੀ ਨੇ ਕਿਹਾ ਮੈਂ ਇਹ ਸੁਣ ਕੇ ਪਰੇਸ਼ਾਨ ਹੋ ਗਈ ਆ। And one day her grandmother said, I'm tired of listening to this ਹਰ question. ਦੂਜੇ ਤੀਜੇ ਦਿਨ ਇਹ ਆਣ ਕੇ ਇਦਾਂ ਪੁੱਛਦੀ ਆ Her second to third day she's coming and asking the same stuff. ਤੇ ਮੈਂ ਇਹਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਵੀ ਤੂੰ ਇਦਾਂ ਕਾਹਤੇ ਪੁੱਛਦੀ ਆ। So I called her to myself and said, why do you keep asking this question? ਕਹਿੰਦੀ ਮੇਰੇ ਨਾਲ ਜਿਹੜਾ ਵੀ ਬੈਂਚ ਤੇ ਬੈਠਾ ਉਹ ਮੈਨੂੰ ਪੁੱਛਦਾ ਆ ਤੂੰ ਕਿਹੜੇ ਧਰਮ ਨੂੰ She ਮੰਨਦੀ ਆ। goes, whoever shares a bench in a class with me asked me this question, which ਮੈਂ religion do ਸੁਣ you ਕੇ follow? ਹੈਰਾਨ ਸੀ I was surprised. ਕਿ ਤੁਸੀਂ ਪੜ ਰਹੇ ਹੋ ਕ੍ਰਿਸਚੀਅਨ ਸਕੂਲ ਦੇ ਅੰਦਰ You are studying in a Christian school ਔਰ ਉੱਥੇ ਆਣ ਕੇ ਤੁਸੀਂ ਪੁੱਛ ਰਹੇ ਹੋ ਕ੍ਰਿਸਚੀਅਨਾਂ ਨੂੰ ਵੀ ਤੂੰ ਕਿਹਨੂੰ ਮੰਨਦਾ ਆ। and you are questioning this to the Christian people, which religion do you follow? ਕ੍ਰਿਸਚੀਅਨ ਦੇ ਨਾਲ ਬੈਠਣ ਤੋਂ ਪ੍ਰੋਬਲਮ ਆ। You have a problem to sit next to a Christian, ਕ੍ਰਿਸਚੀਅਨ ਸਕੂਲ ਦੀ ਐਜੂਕੇਸ਼ਨ ਤੋਂ ਕੋਈ ਪ੍ਰੋਬਲਮ but you ਨਹੀਂ don't ਆ। have any problem with from the Christian schools. ਕ੍ਰਿਸਚੀਅਨ ਟੀਚਰਸ ਤੋਂ ਕੋਈ ਪ੍ਰੋਬਲਮ And you ਨਹੀਂ don't ਆ। have any problem with the Christian teachers ਕ੍ਰਿਸਚੀਅਨ ਹਸਪੀਟਲਸ ਤੋਂ ਕੋਈ or ਪ੍ਰੋਬਲਮ even ਨਹੀਂ ਆ। Christian hospitals ਕ੍ਰਿਸਚੀਅਨ ਡਾਕਟਰਸ ਤੋਂ ਕੋਈ or ਪ੍ਰੋਬਲਮ even ਨਹੀਂ ਆ। Christian doctors. ਇੰਨੇ ਲੋਕੀ ਸੈਲਫਿਸ਼ ਹੋ ਗਏ ਆ And that much people have become ਪਰ ਉਹਨਾਂ ਦੇ selfish. ਪੇਰੈਂਟਸ ਉਹਨਾਂ ਨੂੰ ਕ੍ਰਿਸਚੀਅਨ ਸਕੂਲਸ ਦੇ ਵਿੱਚ ਭੇਜਦੇ ਆ Parents are sending the children to Christian ਔਰ schools, ਕਹਿੰਦੇ ਕ੍ਰਿਸਚਨਾਂ ਦੇ ਨਿਆਣਿਆਂ ਨੂੰ ਆਪਣੇ ਦੋਸਤ ਨਹੀਂ ਬਣਾਉਣਾ। but they say don't make Christians as your friends. ਔਰ ਇੱਥੇ ਅਸੀਂ ਕੀ ਪੜਿਆ ਆ What we just read, ਇਹ ਮੋਹਰ ਵੱਡਿਆਂ ਉੱਤੇ ਵੀ ਲੱਗੀ ਆ and this stamp is on the great ਤੇ ਛੋਟਿਆਂ ਉੱਤੇ ਵੀ ਲੱਗੀ ਆ। and same as small as well. ਪਰ ਮੇਰੀ ਬੇਟੀ ਨੂੰ ਜਦ ਤੱਕ ਆਨਸਰ ਨਹੀਂ ਮਿਲਿਆ ਉਹਨੇ ਪੁੱਛਣਾ ਬੰਦ ਨਹੀਂ ਕੀਤਾ। Until my youngest daughter didn't receive the answer, she keep on asking us the same ਕਹਿੰਦੀ ਮੈਨੂੰ question. ਦੱਸੋ ਮੈਂ ਉਹਨਾਂ ਨੂੰ ਕਹਿਣਾ ਕੀ ਆ। She was keep on asking, tell me what do I need to answer them? ਮੈਂ ਉਹਨੂੰ ਕਿਹਾ ਤੂੰ ਇਦਾਂ ਜਾ ਕੇ ਕਹਿ ਦੇ ਅਸੀਂ ਰਿਲੀਜਨ ਦੇ ਵਿੱਚ ਬਿਲੋਂਗ ਜਿਹੜਾ ਬਲੀਵ ਨਹੀਂ ਕਰਦੇ। And I said to her, go back and tell your friends that we don't believe in any religion. ਅਸੀਂ ਉਸ ਰਿਲੀਜਨ ਨੂੰ ਬਿਲੋਂਗ ਕਰਦੇ ਆ ਜੋ ਸੱਚੇ ਤੇ ਜਿਉਂਦੇ ਪਰਮੇਸ਼ਵਰ ਦਾ And ਰਿਲੀਜਨ the ਹੈ। only religion we go into, which is the living and the true God. ਔਰ ਅੱਜ ਤੱਕ ਉਹਨੇ ਆਪਣੇ ਰਿਲੀਜਨ ਦਾ ਕੋਈ ਨਾਮ ਇਸ ਧਰਤੀ ਉੱਤੇ ਕਿਸੇ ਮਨੁੱਖ ਨੂੰ ਨਹੀਂ ਦੱਸਿਆ। And till today, he hasn't given any name for the religion. ਇੰਨੇ ਮਹਾਨ ਵਿਦਵਾਨ ਗੁਰੂ ਪੀਰ
वीर महात्मा संत बुद्धिजीव होए, many great people have born. पर उन्हां विचों जिन्नियां ने भी परमेश्वर नूं जाणिया, Those who tried to know the Lord, किसे एक ने भी नहीं कहा कि मैनू परमेश्वर ने कहा मैं फलाने धर्म दा आ। nobody have said that Lord have said it to me, I belongs to certain kind of a religion. पर जिन्हां ने परमेश्वर नूं जाणिया, Those who learned about the Lord, उन्हां ने ये कहा कि परमेश्वर ने कहा मैं सबना दा हां, सबना दे लई हां और सब थां ते हां। and they only said the Lord has said, I'm for everyone, I'm for all of them, and I'm available for everyone. इसलिए मेरा धर्म वो है For that reason, my religion is जो परमेश्वर दा धर्म है, that belongs to my Lord. मेरी जात वो है My caste is जो परमेश्वर दी जात the है, caste Lord belongs to. क्योंकि मेरा डीएनए हुण बदल चुकिया As है। my DNA has been changed. इसलिए जे मैं उन्होंने क्या जे उन्होंने कह ਤੁਹਾਨੂੰ ਮਨਜ਼ੂਰ ਆ ਮੇਰੇ ਨਾਲ ਬੈਠ ਸਕਦੇ So ਆ, if you agree to sit with me, ਨਹੀਂ ਤੇ ਜਾ ਕੇ ਟੀਚਰ ਨੂੰ ਕੰਪਲੇਨ ਕਰ ਸਕਦੇ otherwise you ਆ। can go to teacher and make a complaint. ਸੋ ਹੁਣ ਉਹ ਜਦੋਂ ਵੀ ਕੋਈ ਉਹਨੂੰ ਪੁੱਛਦਾ ਆ, And now when somebody asks her this question, ਉਹਦਾ ਪਹਿਲਾ ਆਨਸਰ ਹੁੰਦਾ ਅਸੀਂ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ, her first answer is we don't believe in any religion. ਪਰ ਅਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖਦੇ ਆ। Instead, we believe in God. ਜੇ ਤੁਹਾਨੂੰ ਮਨਜ਼ੂਰ ਆ ਮੇਰੇ ਨਾਲ ਬਹਿ ਸਕਦੇ ਆ, If you agree to this, you can sit next to me. ਨਹੀਂ ਤੇ ਜਾ ਕੇ ਟੀਚਰ ਨੂੰ ਦੱਸ ਸਕਦੇ ਆ। Otherwise, you can go to the teacher. ਪਰ ਮੈਂ ਗੱਲ ਕਰਦੀ ਆ ਕਿ ਛੋਟੇ ਛੋਟੇ ਦਿਲਾਂ ਦੇ ਉੱਤੇ ਜਿਹੜੀ ਆ ਉਹ ਮੋਹਰ ਲਾਈ ਜਾ ਰਹੀ ਆ। But I'm trying to say that their hearts been stamped by these things. ਮਾਰਕ ਆਫ ਦਾ ਬੀਸਟ ਜਿਹੜਾ ਆ ਛੋਟਿਆਂ ਮੱਥਿਆਂ ਉੱਤੇ ਲਾਇਆ ਜਾ ਰਿਹਾ Mark ਆ। of the beast is already been stamped on the little foreheads. ਉਹਨਾਂ ਛੋਟਿਆਂ ਛੋਟਿਆਂ ਹੱਥਾਂ ਉੱਤੇ ਮਾਰਕ ਆਫ ਦਾ ਬੀਸਟ Even ਲਾਇਆ on the ਜਾ ਰਿਹਾ। little hands as well. ਉਹਨਾਂ ਨੂੰ ਕਿਹਾ ਜਾ ਰਿਹਾ ਆ ਕਿ ਉਹਦੀਆਂ ਕਾਪੀਆਂ ਚੋਰੀ ਕਰ ਲਵੋ। And they've been told steal the notebooks of them children. ਉਹਨਾਂ ਨੂੰ ਕਿਹਾ ਜਾ ਰਿਹਾ ਆ ਕਿ ਉਹਦਾ ਕੰਮ ਜਿਹੜਾ ਸਹੀ ਆ ਉਹਨੂੰ ਗਲਤ ਕਰ ਦੋ। And they even been told that the right work of the Christian children just ruin that. ਬਹੁਤ ਸਾਰੇ ਪੇਰੈਂਟਸ ਤਾਂ ਇਦਾਂ ਵੀ ਸਿਖਾਉਂਦੇ ਆ ਕਿ ਉਹਨਾਂ ਨੂੰ ਤੁਰੇ ਜਾਂਦਿਆਂ ਨੂੰ ਧੱਕਾ ਮਾਰ ਕੇ ਸੁੱਟ ਦਿਓ। And many parents teach them that they just push them and throw them. ਬਹੁਤ ਚੀਜ਼ਾਂ ਹੋ ਰਹੀਆਂ ਆ ਜਿਨ੍ਹਾਂ ਨੂੰ ਔਨ ਕੈਮਰਾ ਸ਼ੇਅਰ ਵੀ ਨਹੀਂ ਕੀਤਾ ਜਾ Many ਸਕਦਾ। things are taking place that which we can't even bring you onto media. ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਟੈਰਰਿਸਟ ਅਟੈਕ ਸੁਣਿਆ ਹੋਊਗਾ ਇੰਡੀਆ ਵਿੱਚ। And in the couple of months back, you must have heard about the attack in India, terrorist attack in India. ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ। They asked about the religion first and then they fired. ਇਹ ਮਾਰਕ ਆਫ ਦਾ ਬੀਸਟ ਨਹੀਂ ਆ ਤੇ ਹੋਰ ਕੀ ਆ? If this isn't the mark of the beast, then what it is? ਤੁਹਾਨੂੰ ਕੀ ਲੱਗਦਾ ਕਿ ਅਜੇ ਸ਼ੁਰੂ ਹੋਣਾ ਆ? What do you think is going to start? ਪਰ ਸ਼ੁਰੂ ਬਹੁਤ ਚਿਰਾਂ ਦਾ ਹੋ ਚੁੱਕਿਆ This ਆ। has already been started long time ago. ਬਹੁਤ ਲੋਕਾਂ ਨੇ ਮਾਰਕ ਆਫ ਦਾ ਬੀਸਟ ਲੈ ਲਿਆ ਆ। And many have already received the mark. ਜੇਲ੍ਹਾਂ ਦੇ ਅੰਦਰ ਲੋਕਾਂ ਨੇ ਮਾਰਕ ਆਫ ਦਾ ਬੀਸਟ ਲਿਆ ਹੋਇਆ ਆ। The ones have the mark of the beast in them. ਅਸੀਂ ਇੱਥੇ ਦੇਖਦੇ ਕਹਿੰਦਾ ਕੀ ਗੁਲਾਮ ਤੇ ਕੀ ਆਜ਼ਾਦ। And now we just read, he said, what the free and the slave. ਬਹੁਤ ਸਾਰੇ ਲੋਕ ਆ ਜਿਹੜੇ ਜੇਲ੍ਹ ਦੇ ਅੰਦਰ ਆ ਪਰ ਫਿਰ ਵੀ ਪ੍ਰਾਰਥਨਾਵਾਂ ਕਰਦੇ ਆ। Many people are in prisons and jails and they are still praying. ਪਰ ਬਹੁਤ ਸਾਰੇ ਲੋਕ ਆ ਉਹ ਜੇਲ੍ਹ ਦੇ ਅੰਦਰ ਆ ਤਦ ਵੀ ਉਹਨਾਂ ਦਾ ਵਿਰੋਧ ਕਰਦੇ ਆ। And many people are in the jail and or the prison, they're still opposing those people. ਜੇਲ੍ਹਾਂ ਦੇ ਅੰਦਰ ਖੂਨੀ ਝੜਪਾਂ ਹੋ ਰਹੀਆਂ ਆ। Those in the jails, people are planning about the bloods. ਉੱਥੇ ਸੁਧਰੇ ਨਹੀਂ ਆ ਪਰ ਫਿਰ ਵੀ ਉਹ ਆਪਣੇ ਅੰਦਰਲੇ ਜ਼ਹਿਰ ਨੂੰ ਜਿਹੜਾ ਆ ਉਹ ਜ਼ਾਹਿਰ ਕਰ ਰਹੇ ਆ। Instead of reforming themselves, they are bringing a poison. ਔਰ ਵਚਨ ਸਾਨੂੰ ਕਹਿੰਦਾ ਇਹ ਗਿਆਨ ਦਾ ਮੌਕਾ ਆ। And the word is telling us this is a time for wisdom. ਇਹ ਮਨੁੱਖ ਦਾ ਅੰਗ ਆ। This is a part of a man. ਇਹਦੇ ਤੋਂ ਅਸੀਂ ਸਮਝਣਾ ਆ ਵੀ ਮਾਰਕ ਆਫ ਦਾ ਬੀਸਟ ਹੈ ਕੀ। For that reason, we need to have a good understanding what the mark of the beast ਔਰ is. ਕਹਿੰਦਾ ਆ ਉਹਦਾ ਅੰਗ 666 ਹੈ। And he says his part is 666. ਜਿਹੜਾ 6 ਨੰਬਰ ਆ The 6th number is, ਇਹ ਇੰਪਰਫੈਕਸ਼ਨ ਦਾ ਸਿੰਬਲ ਹੈ। and is a symbol of imperfection. ਭਾਵ ਕਿ ਅਧੂਰਾ ਹੋਣ ਦਾ ਜਿਹੜਾ ਆ ਨਿਸ਼ਾਨ ਆ। It means that it's a sign of incomplete. ਜਦੋਂ ਤੱਕ ਤੁਸੀਂ ਪੂਰੇ ਨਹੀਂ ਹੋ ਜਾਂਦੇ Until you don't get completed, ਉਨੀ ਦੇਰ ਤੱਕ 6 ਨੰਬਰ ਦੇ ਤੁਸੀਂ ਸਿੰਬਲ ਦੇ ਅੰਦਰ ਆ। until that you are under the symbol of number 6. ਇਸੇ ਤਰ੍ਹਾਂ ਹੀ ਜਿਹੜਾ ਨੰਬਰ 7 ਆ Similarly, when we look at number 7, ਉਹ ਪਰਫੈਕਸ਼ਨ ਦਾ ਸਾਈਨ ਆ। that is a perfection sign. ਔਰ ਜਦੋਂ ਤੁਸੀਂ ਦੇਖੋਗੇ ਪਰਮੇਸ਼ਵਰ ਦੇ ਲੋਕੀ ਜ਼ਿਆਦਾਤਰ 7 ਨੰਬਰ ਨੂੰ
ਨੂੰ ਜਿਹੜਾ ਆ ਉਹ ਲੈਣਾ ਪਸੰਦ ਕਰਦੇ ਆ And many times you see people of the Lord likes to have a number 7. ਕਿਉਂਕਿ ਪਰਮੇਸ਼ਵਰ ਜਿਹੜਾ ਆ ਉਹ ਸੰਪੂਰਨ ਹੈ As our Lord is a complete Lord. ਔਰ ਜਦੋਂ ਤੱਕ ਅਸੀਂ ਸੰਪੂਰਨ ਦੇ ਨਾਲ ਨਹੀਂ ਜੁੜਾਂਗੇ Until that we're not connecting to the complete. ਓਨੀ ਦੇਰ ਤੱਕ ਅਸੀਂ ਸੰਪੂਰਨ ਨਹੀਂ ਹੋ ਸਕਾਂਗੇ Until that we can't say we are completed. ਔਰ ਜਦੋਂ ਤੱਕ ਅਸੀਂ ਉਹਦੇ ਨਾਲ ਨਹੀਂ ਜੁੜਾਂਗੇ Until we're not connecting ourselves to Him. ਓਨੀ ਦੇਰ ਤੱਕ ਅਸੀਂ 666 ਦੇ ਨਾਲ ਜੁੜੇ ਰਵਾਂਗੇ Until that we're going to stay connected with 666. ਆਓ ਆਪਾਂ ਦੇਖੀਏ We look into, ਪ੍ਰਕਾਸ਼ ਦੀ ਪੋਥੀ again in Revelation, ਉਹਦਾ 14 ਨੰਬਰ ਅਧਿਆਏ chapter 14, ਉਹਦੀ 9 10 ਤੇ 11 ਨੰਬਰ ਆਇਤ ਦੇ ਵਿੱਚ verse 9 and 10. ਇੱਥੇ ਇਦਾਂ ਲਿਖਿਆ ਆ ਕਿ ਨਾ ਉਹਨਾਂ ਦੇ ਪਿੱਛੋਂ ਤੀਜਾ ਇੱਕ ਹੋਰ ਦੂਤ ਵੱਡੀ ਆਵਾਜ਼ ਨਾਲ ਇਹ ਕਹਿੰਦਾ ਆਇਆ ਭਈ ਜੋ ਕੋਈ ਉਸ ਦਰਿੰਦੇ ਅਤੇ ਉਹਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲਾਉਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਕ੍ਰੋਧ ਦੀ ਮੈਅ ਵੀ ਪੀਵੇਗਾ ਜੋ ਉਹਦੇ ਕ੍ਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਪਾਵੇਗਾ ਅਤੇ ਉਹਨਾਂ ਦੇ ਕਸ਼ਟ ਦਾ ਧੂਆਂ ਜੁਗੋ ਜੁਗ ਉੱਠਦਾ ਰਹਿੰਦਾ ਹੈ ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹਦੇ ਨਾਮ ਦਾ ਦਾਗ ਲਵਾਉਂਦੇ ਹਨ ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ Amen. ਸੋ ਇੱਥੇ ਅਸੀਂ ਬਚਨ ਦੇ ਵਿੱਚ ਇੱਕ ਚੀਜ਼ ਦੇਖਦੇ ਆ Here we see one thing in the word. ਸਾਰਾ ਇਹ ਤਿੰਨਾਂ ਆਇਤਾਂ ਨੂੰ ਪੜਨ ਦੇ ਬਾਅਦ ਚ ਨਿਚੋੜ ਨਿਕਲਦਾ ਆ What the conclusion comes out of these 3 verses. ਕਿ ਜਿਹੜਾ ਵੀ ਸ਼ੈਤਾਨ ਨੂੰ ਉਪਮਾ ਦਿੰਦਾ ਆ Those who invite the devil, ਉਹ ਪਰਮੇਸ਼ਵਰ ਦੇ ਕ੍ਰੋਧ ਦਾ ਹੱਕਦਾਰ ਆ that person is actually committed to the anger of the Lord. ਔਰ ਉਹ ਨਰਕ ਵਾਲੀ ਅੱਗ ਵਿੱਚ ਸੁੱਟਿਆ ਜਾਊਗਾ And he will go in a fire. ਹੁਣ ਮੈਂ ਤੁਹਾਨੂੰ ਇੱਕ ਹੋਰ ਵਚਨ ਦੇ ਨਾਲ ਕਲੀਅਰ ਕਰਨਾ ਚਾਹੂੰਗੀ And I will try to clear something with another word. ਬਾਈਬਲ 'ਚ ਇੱਕ ਜਗ੍ਹਾ ਤੇ ਲਿਖਿਆ ਆ It's written in the Bible. ਪਾਪ ਦੀ ਮਜ਼ਦੂਰੀ Mauth. ਮੌਤ Reward of ਹੈ the sin is death. ਹਾਲੇਲੂਇਆ Hallelujah. ਪਾਪ ਦੀ ਮਜ਼ਦੂਰੀ Reward of the death. ਮੌਤ Sin is ਹੈ death. ਸੋ ਇੱਥੇ ਅਸੀਂ ਦੇਖਿਆ ਜਿੰਨੇ ਵੀ ਆਪਣੇ ਮੱਥੇ ਜਾਂ ਹੱਥ ਉੱਤੇ ਮੋਹਰ ਲਵਾ ਲਈ As we just seen, whoever got the stamp on the forehead or the hand. ਇੱਥੇ ਲਿਖਿਆ ਜੁਗੋ ਜੁਗ ਜਿਹੜੀ ਅੱਗ ਦਾ ਧੂਆਂ ਉੱਠਦਾ ਉਹਦੇ ਵਿੱਚ ਸੁੱਟਿਆ ਜਾਵੇਗਾ And they say the smoke of the torment goes up forever and ever. ਸਾਨੂੰ ਸਮਝ ਇਦਾਂ ਲੱਗਦੀ ਆ And we understand in this way. ਕਿ ਜਿੰਨਾ ਵੀ ਪਾਪ ਕਰਨਾ ਆ ਉਹ ਨਰਕ ਦੀ ਅੱਗ 'ਚ ਸੁੱਟਿਆ ਜਾਊਗਾ Those gonna commit sins gonna be ended up in the fire. ਮੇਰੇ ਖਿਆਲ 'ਚ ਹੁਣ ਸਾਨੂੰ ਕਲੀਅਰ ਹੋ ਜਾਣਾ ਚਾਹੀਦਾ ਆ So we should be clear. ਕਿ ਹੱਥ ਉੱਤੇ ਤੇ ਮੱਥੇ ਉੱਤੇ ਮੋਹਰ ਲਵਾਉਣ ਦੀ ਸਜ਼ਾ ਸੇਮ ਆ And there's the same punishment for having a stamp on a hand and forehead. ਉਹੀ ਸਜ਼ਾ ਜੋ ਪਾਪ ਕਰਨ ਵਾਲੇ ਦੇ ਲਈ ਆ Is same as you will get a punishment for committing a sin. ਇਹਦਾ ਮਤਲਬ ਜ਼ਿੰਦਗੀ ਵਿੱਚ ਪਾਪ ਦਾ ਹੋਣਾ ਹੀ ਸ਼ੈਤਾਨ ਦੀ ਮੋਹਰ ਦਾ ਹੋਣਾ ਹੈ That means having a sin in your life, that's a stamp for the devil. ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਪਾਪ ਆ And if you got sin in your life, ਉਹ ਚਾਹੇ ਛੋਟਾ ਜਾਂ ਵੱਡਾ ਆ whether it's small or big, ਪਰ ਤੁਹਾਡੇ ਉੱਤੇ ਸ਼ੈਤਾਨੀ ਮੋਹਰ ਲੱਗ ਚੁੱਕੀ ਆ that means you already got the beast mark on you. ਸੋ ਬਹੁਤ ਸਾਰੇ ਲੋਕੀ ਪਾਪ ਤਾਂ ਕਰੀ ਜਾਂਦੇ ਆ Many are committing sins. ਪਰ ਨਾਲ ਦੀ ਨਾਲ ਪਲਾਨ ਕਰਦੇ ਆ 80 666 ਵਾਲਾ ਨੰਬਰ ਨਹੀਂ ਲਵਾਉਣਾ And also planning at the same time, you're not going to get a stamp of 666. ਪਰ ਉਹ ਤਾਂ ਆਪਣੇ ਨਾਲ ਹੀ ਚੱਕੀ ਫਿਰਦੇ ਆ But they are carrying that with themselves. ਉਹ ਇਦਾਂ ਆ ਵੀ ਤੋਤਾ ਮਿਰਚ ਤਾਂ ਖਾਂਦਾ ਆ ਪਰ ਉਹਨੂੰ ਪਤਾ ਨਹੀਂ ਆ ਕਿ ਜੋ ਖਾ ਰਿਹਾ ਉਹ ਮਿਰਚ ਆ It's like a parrot been biting onto the chilies, but he doesn't realize it's actually a chili. ਉਹ ਮਿਰਚ ਖਾਂਦਾ ਆ ਪਰ ਕਹਿੰਦਾ ਮਿਰਚ ਨਾ ਖਾਈ ਮਰ ਜਾਏਗਾ And even though parrot is taking a chili himself, but says to other, don't eat chilies because you could die. ਇਦਾਂ ਹੀ ਬਹੁਤ ਸਾਰੇ ਲੋਕੀ ਆ ਉਹ ਪਾਪ ਤਾਂ ਕਰ ਰਹੇ ਆ Similarly, many people are committing sin, ਪਰ ਉਹ ਕਹਿੰਦੇ ਸ਼ੈਤਾਨ ਵਾਲੀ ਮੋਹਰ ਨਹੀਂ ਲਵਾਉਣੀ but they're saying we're not going to get a stamp from the evil. ਜਦੋਂ ਅਸੀਂ ਗਲਤ ਕੰਮਾਂ ਨੂੰ ਪ੍ਰਮੋਟ ਕਰਦੇ ਆ When we promote wrong things, ਜਦੋਂ ਅਸੀਂ ਗਲਤ ਚੀਜ਼ਾਂ ਦੇ ਵਿੱਚ ਹਿੱਸਾ ਲੈਨੇ ਆ or we take part in wrong things, ਜਦੋਂ ਅਸੀਂ ਗਲਤ ਕੰਮ 'ਚ ਇਨਵੋਲਵ ਹੁੰਨੇ or we ਆ get involved in the wrong things, ਅਸੀਂ ਸ਼ੈਤਾਨ ਦੀ ਮੂਰਤੀ ਦੀ ਮਹਿਮਾ ਕਰਦੇ that ਹਾਂ means we worshipping the idol of the devil. ਤੁਸੀਂ ਦੇਖੋ ਪਰਮੇਸ਼ਵਰ ਦਾ ਸਰੀਰ ਕਿਵੇਂ ਦਾ ਆ
What do you think God's body is like? ਕੀ ਕੋਈ ਪਰਮੇਸ਼ਵਰ ਦੀ ਮੂਰਤ ਬਣਾ ਸਕਦਾ? Can somebody make an idol for God? ਮੈਂ ਬਣਾ ਸਕਦੀ ਹਾਂ। I can. ਕਿੰਨਾ ਵੱਡਾ ਦੇਖੋ ਚੈਲੰਜ ਲਿਆ ਆ ਮੈਂ। I have taken a really big challenge. ਮੈਂ ਬਣਾ ਸਕਦੀ ਹਾਂ। I can make it. ਤੇ ਜੇ ਮੈਂ ਤੁਹਾਨੂੰ ਸਿਖਾ ਦਿੱਤਾ ਤੁਹਾਨੂੰ ਵੀ ਬਣਾਉਣੀ ਆ ਜਾਣੀ ਆ। And if I teach you, you're going to learn how to make it ਤੇ as well. ਜਦੋਂ ਮੈਂ ਦੱਸਣਾ ਆ ਤੁਸੀਂ ਕਹਿਣਾ ਸਾਨੂੰ ਤਾਂ ਆਉਂਦੀ ਸੀ। And if I'm going to tell you, you're going to say we already knew. ਪਰ ਤੁਸੀਂ ਕਹਿੰਦੇ ਬਣਾ ਨਹੀਂ ਸਕਦੇ। But you are saying we can't make it. ਅਸੀਂ ਪਰਮੇਸ਼ਵਰ ਦੀ ਮੂਰਤ ਬਣਾ ਸਕਦੇ ਆ। We can make the idol of the Lord. ਉਹ ਕੋਈ ਮਿੱਟੀ ਦੀ ਨਹੀਂ ਆ। It can't be of the dust. ਉਹ ਕਿਸੇ ਮੈਟਲ ਦੀ It ਨਹੀਂ ਆ। can't be from a metal. ਇਹ ਕਲੀਸਿਆ ਹੀ ਪਰਮੇਸ਼ਵਰ ਦੀ ਮੂਰਤ ਹੈ। ਇਹ ਕਲੀਸਿਆ ਪਰਮੇਸ਼ਵਰ ਦਾ ਸਰੀਰ This ਹੈ। congregation is the idol of the Lord. ਵਚਨ ਦੇ ਵਿੱਚ ਲਿਖਿਆ ਹੋਇਆ As ਹੈ He says in the word. ਕਹਿੰਦਾ ਤੁਸੀਂ ਸਾਰੇ ਮਿਲ ਕੇ ਪਰਮੇਸ਼ਵਰ ਦਾ ਸਰੀਰ ਬਣਦੇ ਹੋ। He says you all come together and make the body of Christ. ਕੋਈ ਹੱਥ ਆ ਕੋਈ ਨੱਕ ਆ Somebody's a hand or a nose. ਕੋਈ ਪੈਰ ਆ ਕੋਈ ਅੱਖਾਂ ਤੇ ਕੰਨ ਆ Someone's a foot, ear or eyes. ਅਤੇ ਮਸੀਹ ਸਾਡਾ ਸਿਰ ਹੈ। And Christ is our head. ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ When we do good things, ਅਸੀਂ ਪਰਮੇਸ਼ਵਰ ਦੀ ਮੂਰਤ ਦੀ ਮਹਿਮਾ ਕਰਦੇ ਹਾਂ। that's the time we worship the idol of the Lord. ਜਦੋਂ ਚਰਚ ਦੇ ਲੋਕੀ ਚੰਗਾ ਕੰਮ ਕਰਦੇ ਆ When the people of the church do good things, ਉਹ ਪ੍ਰੇਜ਼ ਹੁੰਦੀ ਆ ਪਰਮੇਸ਼ਵਰ ਦੀ ਬਾਡੀ ਦੀ। that time you praise in the body of Lord. We are body of Lord। ਅਸੀਂ ਜਿਹੜੇ ਪਿਆਰ ਦੇ ਸ਼ਰੀਰ ਆ। ਅਸੀਂ ਪਰਮੇਸ਼ਵਰ ਦਾ ਸਰੀਰ ਆ। We ਹਾਲੇਲੂਇਆ। are the body of Christ. ਇਦਾਂ ਹੀ ਵਚਨ ਦੇ ਵਿੱਚ ਲਿਖਿਆ ਜਿਹੜਾ ਸ਼ੈਤਾਨ ਦੀ ਮੂਰਤੀ ਦੀ ਪੂਜਾ ਕਰਦਾ ਆ Those who worship the idol of the devil. ਸ਼ੈਤਾਨ ਦੀ ਮੂਰਤੀ ਕੋਈ 4 5 6 7 10 ਹੱਥਾਂ ਵਾਲੀ ਨਹੀਂ ਹੈ। And the idol of devil is not with the 6, 7 or 8 hands. ਸ਼ੈਤਾਨ ਦੀ ਮੂਰਤੀ ਸਿਰਫ ਸਿੰਘਾਂ ਵਾਲੀ ਫੋਟੋ ਨਹੀਂ Or ਹੈ। the idol of the devil is not just with the horns. ਜਿਵੇਂ ਤੁਸੀਂ ਤੇ ਮੈਂ ਰਲ ਕੇ ਪਰਮੇਸ਼ਵਰ ਦਾ ਸਰੀਰ ਬਣਦੇ ਆ The way you and me come together make the body of Christ. ਇਦਾਂ ਹੀ ਪਾਪ ਕਰਨ ਵਾਲੇ ਲੋਕਾਂ ਦਾ ਝੁੰਡ ਮਿਲ ਕੇ ਸ਼ੈਤਾਨ ਦੀ ਮੂਰਤ ਬਣਦੀ ਹੈ। Similarly, the sinners group makes the body of the devil. ਔਰ ਜਿਹੜੇ ਲੋਕੀ ਉਸ ਜੁੰਡਲੀ ਦੇ ਵਿੱਚ ਜਾ ਕੇ ਰਲਦੇ ਆ And those people join the crowd. ਉਹ ਸ਼ੈਤਾਨ ਦੀ ਮੂਰਤ ਬਣ ਜਾਂਦੇ ਆ। They become the image of the devil. ਜਿਹੜੇ ਲੋਕੀ ਗਲਤ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਆ Those take part in wrong things. ਉਹ ਸ਼ੈਤਾਨ ਦੀ ਪੂਜਾ ਕਰ ਰਹੇ They ਆ। are worshipping the devil. ਸੋ ਅਸੀਂ ਦੇਖਣਾ ਆ ਅਸੀਂ ਕੀ ਕਰ ਰਹੇ So ਆ। that's why we need to see what we are doing. ਪਹਿਲੇ ਹੀ ਜ਼ਬੂਰ ਦੇ ਵਿੱਚ ਇਦਾਂ ਲਿਖਿਆ ਆ In the first psalm he says, ਕਹਿੰਦਾ ਆ ਮਖੌਲੀਆਂ ਦੀ ਜੁੰਡੀ ਵਿੱਚ ਨਾ he ਜਾਵੀਂ। says, oh, don't go into the crowd of the bad people. ਉਹਦਾ ਮਤਲਬ ਆ ਤੂੰ ਸ਼ੈਤਾਨ ਦੀ ਪੂਜਾ ਨਾ ਕਰੀ। So that means don't worship the devil. ਸੋ ਅਸੀਂ ਵਚਨ ਨੂੰ ਸਮਝਣਾ ਆ। That's the reason we need to understand the word. ਇਹ ਇੱਕ ਗਹਿਰਾ ਸਾਗਰ ਆ। As it's quite deep sea. ਜਿੰਨੀ ਵਾਰੀ ਵੀ ਚੁੱਭੀਆਂ ਲਾਓਗੇ Whatever time we go down in there, ਖਾਲੀ ਹੱਥ ਨਹੀਂ ਮੁੜੋਗੇ। we won't come out empty-handed. ਤੁਹਾਡੇ ਹੱਥ ਸੁੱਚੇ ਮੋਤੀਆਂ ਦੇ ਨਾਲ ਭਰੇ ਹੋਏ And our hands ਹੋਣਗੇ। will be filled with the pearls. ਸੋ ਵਚਨ ਵਿੱਚ ਲਿਖਿਆ ਪਾਪ ਦੀ ਮਜ਼ਦੂਰੀ It says in the word, the reward of the ਮੌਤ sin ਹੈ। is death. ਔਰ ਇੱਥੇ ਲਿਖਿਆ ਜਿਹੜਾ ਵੀ ਉਸ ਦਰਿੰਦੇ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਮੋਹਰ ਲਵਾਉਂਦਾ ਹੈ It says, whoever worship or get the stamp of the beast ਉਹ ਸਦਾ ਵਾਲੀ ਅੱਗ ਦੇ ਵਿੱਚ ਸੁੱਟਿਆ will ਜਾਊਗਾ। go in forever fire. ਸੋ ਅਸੀਂ ਆਪਣੀ ਜ਼ਿੰਦਗੀ ਚੋਂ ਹਰ ਹਾਲ ਵਿੱਚ ਪਾਪ ਨੂੰ ਖਤਮ ਕਰਨਾ ਹੈ। For that reason, at any cost, we need to completely demolish the sin in our lives. ਇਹ ਜਿਹੜਾ ਦਾਗ ਲੱਗਾ ਹੋਇਆ ਇਹ ਮਿਟ ਸਕਦਾ ਆ। Or this stain could be removed. ਸੱਚੀ ਇਹ ਦਾਗ ਮਿਟ ਸਕਦਾ ਹੈ। Truly, this stain could be removed. ਤੁਹਾਨੂੰ ਪਤਾ ਵਚਨ ਦੇ ਵਿੱਚ ਇਦਾਂ ਲਿਖਿਆ ਆ ਜਿਹੜਾ ਜੀਵਨ ਦੀ ਪੋਥੀ ਵਿੱਚ ਨਾਮ ਲਿਖਿਆ ਜਾਂਦਾ ਉਹ ਮਿਟਾਇਆ ਵੀ ਜਾਂਦਾ ਆ। Do you know that it says in the word, if your name has been written in the book of life, it ਇਦਾਂ could be ਨਹੀਂ ਹੈ removed ਕਿ as ਜੇ well. ਇੱਕ ਵਾਰੀ ਲਿਖ ਦਿੱਤਾ ਗਿਆ ਮੁੜ ਕੇ ਮਿਟਣਾ It ਨਹੀਂ ਆ। doesn't mean if it's been written, it can't be removed. ਪਰ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਉਹ ਮਿਟਣ ਨਹੀਂ But ਦੇਣਾ। our try should be that we don't get our names removed from ਜਿਵੇਂ it. ਇੱਕ ਨਿਆਣਾ ਸਕੂਲ ਵਿੱਚ ਲਗਾਤਾਰ ਜਾਂਦਾ ਆ It's saying that a child go to school regularly. ਉਹਦਾ ਨਾਮ ਹਮੇਸ਼ਾ ਸਕੂਲ ਦੇ ਦਾਖਲਾ ਰਜਿਸਟਰ ਦੇ ਵਿੱਚ ਲਿਖਿਆ ਹੋਇਆ Then ਹੁੰਦਾ ਆ। his name is always going to be in the admission book of the school. ਪਰ ਜਿੱਦਾਂ ਹੀ ਉਹ ਸਕੂਲ ਜਾਣਾ ਖਤਮ ਕਰ ਦਿੰਦਾ ਆ And once the child stop going to the school, ਦਾਖਲਾ ਰਜਿਸਟਰ ਵਿੱਚੋਂ ਉਹਦਾ ਨਾਮ ਕੱਟ ਦਿੱਤਾ they ਜਾਂਦਾ ਆ। remove the child's name from the school. ਜਿੰਨੀ ਦੇਰ ਤੱਕ ਤੁਸੀਂ ਪਰਮੇਸ਼ਵਰ ਦੇ ਨਾਲ ਜੁੜੇ ਰਹੋਗੇ Until you stay connected with the Lord, ਤੁਹਾਡਾ ਨਾਮ ਜੀਵਨ ਦੀ ਪੋਥੀ
ਪੋਥੀ ਵਿੱਚ ਲਿਖਿਆ Your ਰਹੇਗਾ। name will be in the book of life. ਪਰ ਜਿੱਦਾਂ ਹੀ ਤੁਸੀਂ ਬੈਕਸਲਾਈਡ ਹੁੰਨੇ ਆ, And as soon you start backsliding, ਤੁਹਾਡਾ ਨਾਮ ਉੱਥੋਂ ਕੱਟ ਦਿੱਤਾ ਜਾਂਦਾ and ਹੈ। your name gets removed. ਕਿਉਂਕਿ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਲੋਕਾਂ ਨੇ ਸਦਾ ਦਾ ਜੀਵਨ ਪਾਉਣਾ ਹੈ। As the people's name been written in the book of life gonna have an everlasting life. ਔਰ ਜਿਨ੍ਹਾਂ ਦਾ ਨਾਮ ਕੱਟਿਆ ਗਿਆ ਹੈ ਉਹਨਾਂ ਨੂੰ ਜੁਗੋ ਜੁਗ ਉੱਠਣ ਵਾਲੇ ਧੂਏ ਵਾਲੇ ਕੁੰਡ 'ਚ ਸੁੱਟ ਦਿੱਤਾ ਜਾਏਗਾ। And those names being removed gonna end up in a fire of hell. ਸੋ ਅੱਜ ਬਹੁਤ ਸਾਰੇ ਮਸੀਹੀ ਲੋਕ ਆ ਜਿਹੜੇ 666 ਨੰਬਰ ਨੂੰ ਲੈ ਕੇ ਬੈਠੇ ਹੋਏ ਹਨ। And many Christian peoples are carrying 666 number. ਉਹ ਝੂਠ ਬੋਲਦੇ ਹਨ, They are lying. ਉਹ ਲੜਦੇ ਝਗੜਦੇ ਰਹਿੰਦੇ ਆ, They fight. ਪਰਮੇਸ਼ਵਰ ਦੇ ਬਚਨ ਨੂੰ ਨਹੀਂ ਮੰਨਦੇ, They don't abide by the word of ਉਹ God. ਪ੍ਰਾਰਥਨਾ ਨਹੀਂ They don't ਕਰਦੇ, even pray. ਉਹ ਆਪਸ ਵਿੱਚ ਜੈਲਸ And ਰੱਖਦੇ they have ਆ, jealousy among themselves. ਉਹ ਚਰਚ ਵਿੱਚ ਰੈਗੂਲਰ ਨਹੀਂ ਆਉਂਦੇ, They are not regular to ਉਹ church. ਪਰਮੇਸ਼ਵਰ ਦੇ ਵਚਨ ਨੂੰ ਨਹੀਂ They ਪੜ੍ਹਦੇ, don't read the word of ਉਹ God. ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਣਾ Or they're not ਚਾਹੁੰਦੇ। living their life according to the word of ਜਿਨ੍ਹਾਂ God. ਦੇ ਅੰਦਰ ਵੀ ਇਹ ਚੀਜ਼ਾਂ ਆ, Those have these things in their life. ਉਹਨਾਂ ਦੇ ਉੱਤੇ 666 ਦੀ ਮੋਹਰ ਲੱਗ They ਚੁੱਕੀ already ਆ। have a 666 number on them. ਅੱਜ ਪਰਮੇਸ਼ਵਰ ਚਾਹੁੰਦੇ ਆ ਕਿ ਤੁਹਾਡੇ ਉੱਤੋਂ ਮੋਹਰ ਹਮੇਸ਼ਾ ਲਈ ਲਿਥ ਜਾਵੇ। Today, Lord wants that number to be removed from you completely. ਪਰਮੇਸ਼ਵਰ ਉਸ ਮੋਹਰ ਨੂੰ ਤੁਹਾਡੇ ਉੱਤੋਂ ਹਟਾ ਦੇਣਾ ਚਾਹੁੰਦੇ ਆ। Lord wants to remove that number from you. ਸੋ ਆਓ ਆਪਾਂ ਪਰਮੇਸ਼ਵਰ ਦੇ ਵਚਨ ਵਿੱਚ ਅੱਗੇ ਵਧਦੇ ਹਾਂ। And we look forward in the word of God. ਜਿਵੇਂ ਮਾਰਕ ਆਫ ਦਾ ਬੀਸਟ ਹੈ, The way we heard about mark of the beast, ਇਸੇ ਤਰ੍ਹਾਂ ਹੀ ਮਾਰਕ ਆਫ ਗॉड ਵੀ ਹੈ। similarly we have mark of God as well. ਆਓ ਆਪਾਂ ਦੇਖੀਏ We look into 14 ਅਧਿਆਏ ਪ੍ਰਕਾਸ਼ ਦੀ ਪੋਥੀ ਦੇ ਵਿੱਚ Revelation chapter 14 ਤੇ ਉਹਦੀ ਪਹਿਲੀ ਤੇ ਦੂਜੀ ਤੀਜੀ ਆਇਤ ਵਿੱਚ ਦੇਖਾਂਗੇ। from verse 1 to 3. ਕਹਿੰਦਾ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਲੇਲਾ ਸਿਓਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹਦੇ ਨਾਲ 1,44,000 ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਜਈ ਅਤੇ ਬੱਦਲ ਦੀ ਵੱਡੀ ਗਰਜ ਦੇ ਖੜਾਕ ਜਈ ਆਕਾਸ਼ੋਂ ਇੱਕ ਆਵਾਜ਼ ਸੁਣੀ ਅਤੇ ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਆਵਾਜ਼ ਜਈ ਸੀ ਜਿਹੜੇ ਆਪਣੇ ਰਬਾਬ ਵਜਾਉਂਦੇ ਹਨ। ਅਤੇ ਉਹ ਸਿੰਘਾਸਣ ਦੇ ਅੱਗੇ ਅੱਗੇ ਚੌਹਾਂ ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ ਅਤੇ ਉਹਨਾਂ 1,44,000 ਤੋਂ ਬਿਨਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ। ਸੋ ਅਸੀਂ ਇੱਥੇ ਦੇਖਦੇ ਹਾਂ We see here ਕਿ ਕੁਝ ਖਾਸ ਲੋਕੀ ਹਨ ਜਿਨ੍ਹਾਂ ਦੇ ਮੱਥਿਆਂ ਦੇ ਉੱਤੇ ਪਰਮੇਸ਼ਵਰ ਦੀ ਤੇ ਉਹਦੇ ਪੁੱਤਰ ਦੀ ਮੋਹਰ ਲੱਗੀ ਹੋਈ ਆ। there's some special people who have a stamp of the Son and the Father. ਸੋ ਇਦਾਂ ਨਹੀਂ ਆ ਕਿ ਸਿਰਫ ਮਾਰਕ ਆਫ ਦਾ ਬੀਸਟ ਹੀ ਲੱਗਣਾ ਆ, It's not just a mark of the beast gonna get stamped on people. ਪਰ ਪਰਮੇਸ਼ਵਰ ਦੀ ਮੋਹਰ ਵੀ ਲਗਾਈ ਜਾਣੀ ਆ। Instead, Lord's stamp gonna go on people as well. ਜੇ ਅਸੀਂ ਇਦਾਂ ਸੋਚਦੇ ਆ ਕਿ ਸ਼ੈਤਾਨ ਦੀ ਮੋਹਰ ਚਿੱਪ ਆ, And if we believe that the stamp of the devil is a chip, ਫਿਰ ਤੁਹਾਨੂੰ ਕੀ ਲੱਗਦਾ ਕਿ ਪਰਮੇਸ਼ਵਰ ਚਿੱਪ ਬਣਾ ਕੇ ਭੇਜੂਗੇ ਆਪਣੇ so ਲੋਕਾਂ ਦੇ do you ਲਾਉਣ ਦੇ ਲਈ? really think the Lord gonna send a chip for his people? ਸ਼ੈਤਾਨ ਨੂੰ ਤਾਂ ਆਪਾਂ ਕਹਿੰਦੇ ਆ ਕਿ ਉਹ ਧਰਤੀ ਉੱਤੇ ਆ, And as we believe devil is on this earth, ਇਸ ਲਈ ਉਹਦੀ ਮੋਹਰ ਜਿਹੜੀ ਆ ਉਹ ਧਰਤੀ ਉੱਤੇ ਲਗਾਈ for ਜਾਊਗੀ। that reason his stamp gonna get given to us on this earth. ਪਰ ਫਿਰ ਪਰਮੇਸ਼ਵਰ ਉੱਥੋਂ ਸਾਡੇ ਲਈ ਕਿਹੜੀਆਂ ਚਿੱਪਾਂ ਬਣਾ ਕੇ ਭੇਜੂਗੇ? So, and Lord, which chips Lord's gonna send us from heaven? ਉਹ ਕੌਣ ਇੰਸਟਾਲ ਕਰੂਗਾ? Who's gonna install in us? ਜੇ ਪਰਮੇਸ਼ਵਰ ਦੀ ਮੋਹਰ ਸਿੰਬੋਲਿਕ ਹੈ And if the stamp of the Lord is symbolic, ਤਾਂ ਸ਼ੈਤਾਨ ਦੀ ਮੋਹਰ ਵੀ ਸਿੰਬੋਲਿਕ ਹੈ। same this devil's stamp is symbolic as well. ਤੁਸੀਂ ਐਗਰੀ ਕਰਦੇ ਹੋ ਮੇਰੇ Do ਨਾਲ? you agree with this? ਮੇਰੇ ਨਾਲ ਨਹੀਂ ਪਰ ਪਰਮੇਸ਼ਵਰ ਦੇ ਵਚਨ ਦੇ ਨਾਲ ਐਗਰੀ ਕਰੋ। You don't need to agree with me, but agree with the word of God. ਅਸੀਂ ਹੋਰ ਵੀ ਦੇਖਾਂਗੇ। We'll see more. ਇੱਥੇ ਅਸੀਂ ਇੱਕ ਚੀਜ਼ ਦੇਖਦੇ, ਕਹਿੰਦਾ ਇੱਕ ਤੇ ਉਹ 1,44,000 ਆ And he says that they are 100, ਜਾਂ ਜਿੰਨੀ ਗਿਣਤੀ ਦਿੱਤੀ ਉਹਨੇ ਆ, ਔਰ ਉਹਦੇ ਨਾਲ ਹੀ ਮੁੱਲ ਲਏ ਹੋਏ ਵੀ ਆ। and the numbers has been given, they've been bought with the number. ਉਹ ਮੁੱਲ ਲਏ ਹੋਏ ਕੌਣ ਆ? Who are those they've been ਉਹ taken as? ਤੁਸੀਂ ਤੇ ਮੈਂ ਆ। You and me. ਉਹ ਕਲੀਸਿਆਵਾਂ ਦੇ ਵਿੱਚ ਬੈਠੇ ਹੋਏ ਧਰਮੀ ਲੋਕੀ They ਆ are the righteous people sitting in congregations. ਜਿਹੜੇ ਮੁੱਲ ਲਏ ਹੋਏ ਆ, ਉਹਨਾਂ ਉੱਤੇ ਵੀ ਮੋਹਰ ਲੱਗੀ ਹੋਈ ਆ। Those been bought, they have got the stamp as well. ਹੁਣ ਤੁਸੀਂ ਦੱਸੋ ਵੀ ਕਿੰਨੇ ਤਾਂ ਮੁੱਲ ਲਏ ਹੋਏ ਜਿਹੜੇ ਆ ਇਸ ਧਰਤੀ ਉੱਤੋਂ ਜਾ ਚੁੱਕੇ ਆ। And many those been bought are already been left
this earth, ਜਿਵੇਂ ਸੰਤ ਸੁੰਦਰ ਸਿੰਘ ਜਾ ਚੁੱਕੇ ਆ, as the Sant Sundar Singh, ਸੰਤ ਹਰਭਜਨ ਸਿੰਘ ਜੀ ਜਾ ਚੁੱਕੇ ਆ, as Saint Harbhajan Singh, ਸਾਧੂ ਭਗਤ ਸਿੰਘ ਜਾ ਚੁੱਕੇ ਆ, or Sadhu Bhagat Singh, ਹੋਰ ਵੀ ਪਰਮੇਸ਼ਵਰ ਦੇ ਵੱਡੇ ਵੱਡੇ ਦਾਸ ਜਿਹੜੇ ਆ ਉਹ ਇਸ ਦੁਨੀਆ ਤੋਂ ਜਾ ਚੁੱਕੇ ਆ, and many great servants of the Lord have already left this earth. ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਦੀ ਮੋਹਰ ਲੱਗੀ ਹੋਈ ਸੀ। Those had the stamp of the Lord on them. ਪਰ ਮੈਂ ਸੰਤ ਹਰਭਜਨ ਸਿੰਘ ਜੀ ਦੇ ਨਾਲ ਰਹੀ ਆ, And as I have lived with Saint Harbhajan ਮੈਂ Singh, ਉਹਨਾਂ ਦੇ ਕੋਲ ਕੋਈ ਵੀ ਪਰਮੇਸ਼ਵਰ ਦੀ ਚਿੱਪ ਨਹੀਂ ਦੇਖੀ, I never seen any kind of a chip of the Lord with them. ਪਰ ਉਹਨਾਂ ਉੱਤੇ ਲੱਗੀ ਹੋਈ ਮੋਹਰ ਹਰ ਕਿਸੇ ਨੂੰ ਨਜ਼ਰ ਆਉਂਦੀ ਸੀ। But the stamp on him, everybody could see. ਜਦੋਂ ਉਹ ਬੋਲਦੇ ਸੀ ਤਾਂ ਉਹ ਮੋਹਰ ਜਿਹੜੀ ਸੀ ਉਹਦੀ ਆਵਾਜ਼ ਆਉਂਦੀ ਸੀ। And when they used to speak, people could hear the stamp. ਜਦੋਂ ਉਹ ਕੰਮ ਕਰਦੇ ਸੀ ਤੇ ਉਹਨਾਂ ਦੇ ਹੱਥਾਂ ਉੱਤੇ ਲੱਗੀ ਹੋਈ ਮੋਹਰ ਨਜ਼ਰ ਆਉਂਦੀ ਸੀ। When they used to work, people could see the stamp on their hands. ਔਰ ਜੋ ਉਹ ਸੋਚ ਕੇ ਕਿਤਾਬਾਂ ਵਿੱਚ ਲਿਖਦੇ ਸੀ ਮੱਥੇ ਉੱਤੇ ਲੱਗੀ ਹੋਈ ਮੋਹਰ ਨਜ਼ਰ ਆਉਂਦੀ ਸੀ। And whatever they were writing after thinking in their mind, the people could see that stamp is on their forehead. ਉਹਨਾਂ ਦੇ ਉੱਤੇ ਲੱਗੀ ਹੋਈ ਮੋਹਰ ਅੱਜ ਵੀ ਸਾਡੇ ਜੀਵਨ ਦੇ ਵਿੱਚ ਕੰਮ ਕਰ ਰਹੀ ਆ। And the stamp on him is still working in our lives today. ਜੋ ਪਰਮੇਸ਼ਵਰ ਦੀ ਮੋਹਰ ਹੈ, Whatever the stamp of the Lord is, ਜਿਨ੍ਹਾਂ ਦੇ ਹੱਥਾਂ ਉੱਤੇ ਲੱਗੀ ਹੈ, those have on their hand. ਜਦੋਂ ਰੋਗੀਆਂ ਉੱਤੇ ਹੱਥ ਰੱਖ ਦਿੰਦੇ ਤੇ ਰੋਗੀ ਚੰਗੇ ਹੋ When they ਜਾਂਦੇ lay ਹਨ। hands on the sick, they get healed. ਜਿਨ੍ਹਾਂ ਹੱਥਾਂ ਦੇ ਨਾਲ ਰੋਗੀ ਚੰਗੇ ਹੁੰਦੇ ਹਨ, The hands that sick people get healed, ਉਹਨਾਂ ਹੱਥਾਂ ਉੱਤੇ ਪਰਮੇਸ਼ਵਰ ਦੀ ਮੋਹਰ ਲੱਗੀ ਹੋਈ the ਹੈ। hands, those hands have the stamp of the Lord. ਜਿਨ੍ਹਾਂ ਦਾ ਮਨ ਹਮੇਸ਼ਾ ਪਰਮੇਸ਼ਵਰ ਦੇ ਨਾਲ ਜੁੜਿਆ ਰਹਿੰਦਾ ਹੈ, Those minds are always connected with the Lord. ਉਹਨਾਂ ਦੇ ਮੱਥਿਆਂ ਉੱਤੇ ਪਰਮੇਸ਼ਵਰ ਦੀ ਮੋਹਰ ਲੱਗੀ Their ਹੋਈ ਹੈ। foreheads have the stamp of the Lord. ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਭੈ ਰਹਿੰਦਾ Those ਹੈ, have the fear of the Lord in them. ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਮੋਹਰ ਲੱਗੀ ਹੋਈ And ਹੈ। in their life, there is a stamp of the Lord. ਇਸੇ ਚੀਜ਼ ਤੋਂ ਅਸੀਂ ਸਮਝਣਾ ਹੈ ਕਿ ਪਰਮੇਸ਼ਵਰ ਦੀ ਮੋਹਰ ਕਿਹੜੀ ਹੈ। For that reason, we need to understand which is the stamp of the Lord. ਔਰ ਇਸੇ ਤਰ੍ਹਾਂ ਹੀ ਅਸੀਂ ਸਮਝਣਾ ਹੈ ਕਿ ਮਾਰਕ ਆਫ ਦਾ ਬੀਸਟ ਕੀ ਹੈ। And similarly, we're going to understand what the mark of the beast is. ਆਓ ਅਸੀਂ ਇੱਕ ਹੋਰ ਥਾਂ ਦੇਖਾਂਗੇ। We look into the Bible again. ਪ੍ਰਕਾਸ਼ ਦੀ ਕਿਤਾਬ ਉਹਦਾ 7ਵਾਂ ਅਧਿਆਇ It's in Revelation chapter 7 ਅੱਜ ਉਹਦੀ 3 ਨੰਬਰ ਆਇਤ ਦੇ ਵਿੱਚ ਦੇਖਾਂਗੇ। and verse 3. ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾ ਲਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। Amen. ਜਦੋਂ ਇੱਥੇ ਹੁਕਮ ਕੀਤਾ ਜਾ ਰਿਹਾ ਕੁਝ ਸਵਰਗੀ ਦੂਤਾਂ ਨੂੰ, And the angels been commanded something. ਜਿਨ੍ਹਾਂ ਨੂੰ ਬਹੁਤ ਅਧਿਕਾਰ ਦਿੱਤੇ ਗਏ ਆ, They've been given a big authority. ਪਰ ਉਹਨਾਂ ਨੂੰ ਇੱਕ ਹੁਕਮ ਦਿੱਤਾ ਗਿਆ ਆ They've been given a commandment. ਕਿ ਜਦੋਂ ਤੱਕ ਲੋਕਾਂ ਦੇ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਪ੍ਰਚਾਰ ਸੁਣਾਇਆ ਜਾ ਰਿਹਾ ਹੈ, Until the gospel is getting spread into this world. ਜਦੋਂ ਤੱਕ ਲੋਕੀ ਪਰਮੇਸ਼ਵਰ ਨੂੰ ਆਪਣੇ ਜੀਵਨ ਵਿੱਚ ਕਬੂਲ ਕਰ ਰਹੇ ਹਨ, And until people are receiving the Lord in their life. ਉਨੀ ਦੇਰ ਤੱਕ ਤੁਸੀਂ ਚੀਜ਼ਾਂ ਦਾ ਨਾਸ਼ ਨਾ ਕਰੋ। Until that, don't harm things. ਤੁਹਾਨੂੰ ਪਤਾ ਵਚਨ ਵਿੱਚ ਇੱਕ ਥਾਂ ਤੇ ਲਿਖਿਆ ਹੋਇਆ ਪ੍ਰਕਾਸ਼ ਦੀ ਕਿਤਾਬ 'ਚ ਰੋਕਣ ਵਾਲੇ ਨੇ ਰੋਕ ਰੱਖਿਆ ਹੈ। And in Revelation, he also says the one could stop has already stopped it. ਜਿੰਨਾ ਪਾਪ ਦੁਨੀਆ ਤੇ ਵੱਧ ਚੁੱਕਿਆ ਹੈ, ਹੁਣ ਤੱਕ ਦੁਨੀਆ ਖਤਮ ਹੋ ਜਾਣੀ ਸੀ। And the amount of sin of the wickedness has risen on this earth. The world should have been destroyed by ਪਰ now. ਰੋਕਣ ਵਾਲੇ ਨੇ ਰੋਕਿਆ ਹੋਇਆ ਹੈ। The one who could stop is actually holding it back. ਇਸ ਲਈ ਤਾਂ ਜੋ ਪਰਮੇਸ਼ਵਰ ਦੇ ਲੋਕਾਂ ਉੱਤੇ ਉਹ ਮੋਹਰ ਲੱਗ ਸਕੇ। So the people of the Lord can have that stamp. ਔਰ ਲਿਖਿਆ ਜਿੰਨਾ ਚਿਰ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲੱਗ ਜਾਵੇ, ਤੁਸੀਂ ਚੀਜ਼ਾਂ ਦਾ ਵਿਗਾੜ ਨਾ And ਕਰੋ। he said, until the servant of the Lord doesn't get a stamp, don't harm anything. ਹੁਣ ਤੁਸੀਂ ਦੱਸੋ ਕਿ 666 ਤੋਂ ਤਾਂ ਆਪਾਂ ਬਚ ਰਹੇ ਹਾਂ, ਪਰ ਪਰਮੇਸ਼ਵਰ ਦਾ ਕਿਹੜਾ ਨੰਬਰ ਆ ਜਿਹਨੂੰ ਫੜ ਕੇ ਆਪਾਂ ਬਚ ਸਕਦੇ ਹਾਂ? And as you need to think, we are trying to protect ourselves from 666, but we need to look also what number we need to hold from the God so we can protect ourselves. ਪਰ ਵਚਨ ਸਾਨੂੰ ਇਦਾਂ ਖੋਲ ਕੇ ਸਮਝਾਉਂਦਾ ਆ ਕਿ ਇਹ ਮੋਹਰ ਜਿਹੜੀ ਆ ਇਹ ਕੋਈ ਫਿਜ਼ੀਕਲ ਮੋਹਰ ਨਹੀਂ ਆ। Our Bible clearly tells us that this stamp is not physical. ਪਰ ਇਹ ਸਪਿਰਚੁਅਲ ਰੈਲਮ ਦੇ ਵਿੱਚ ਜਿਹੜੇ ਸਾਡੇ ਕੰਮ ਆ ਉਹੀ ਦਰਸਾਉਂਦੇ ਆ ਕਿ ਸਾਡੇ ਉੱਤੇ ਕਿਹਦੀ ਸਟੈਂਪ ਲੱਗੀ And ਹੋਈ in ਆ। spiritual realm, it reflects our works reflects what stamp we have in our life. ਨਿਆਣਿਆਂ ਦੇ ਮੱਥੇ ਉੱਤੇ ਫਾਦਰ ਨੇਮ ਨਹੀਂ ਲਿਖਿਆ ਹੁੰਦਾ, And on the children's forehead, there's no father's name. ਪਰ ਉਹਨਾਂ ਦੀ ਸ਼ਕਲ, ਉਹਨਾਂ ਦੇ ਕੰਮ ਜਿਹੜੇ ਆ, ਉਹਨਾਂ ਦਾ ਬੋਲਣ ਦਾ ਤਰੀਕਾ ਦੱਸਦਾ ਕਿ ਉਹ ਕਿਹਦੇ ਨਿਆਣੇ ਆ। And their
their works, their looks, or their thinking or work style tells who are their parents. ਇਦਾਂ ਹੀ ਸਾਨੂੰ ਬਾਹਰਲੀ ਮੋਹਰ ਦੀ ਜ਼ਰੂਰਤ ਨਹੀਂ ਆ। So that reason we don't need outside stamps. ਸਾਡੇ ਸੁਭਾਅ ਨੇ, ਸਾਡੇ ਕੰਮਾਂ ਨੇ, ਸਾਡੇ ਉੱਠਣ ਬੈਠਣ ਨੇ ਦੱਸਣਾ ਕਿ ਸਾਡੇ ਉੱਤੇ ਕਿਹੜੀ ਮੋਹਰ ਲੱਗੀ ਹੋਈ Our ਹੈ। attitude, our behavior, our conduct gonna show us what kind of a stamp we hold. ਅੱਜ ਬਹੁਤ ਸਾਰਿਆਂ ਨੂੰ ਆਪਣੇ ਉੱਤੇ 666 ਨਜ਼ਰ ਆ ਰਿਹਾ ਹੈ। And today many can see 666 on them. ਪਰ ਅੱਜ ਹੀ ਉਹ ਦਿਨ ਆ ਜਿਸ ਦਿਨ ਇਹ ਤੁਹਾਡੇ ਉੱਤੋਂ ਮਿਟ ਸਕਦਾ ਹੈ। And today is the day you could remove it. ਔਰ ਅੱਜ ਦਾ ਹੀ ਉਹ ਦਿਨ ਆ ਕਿ ਜਿਸ ਦਿਨ ਤੁਹਾਡੇ ਉੱਤੇ ਇੱਕ ਪਰਮੇਸ਼ਵਰ ਵਾਲੀ ਨਵੀਂ ਮੋਹਰ ਲਗਾਈ ਜਾ And ਸਕਦੀ today ਹੈ। is the day that the Lord's new stamp could be on you. ਆਜੋ ਆਪਾਂ ਦੇਖੀਏ ਅਫਸੀਆਂ ਦੀ ਕਿਤਾਬ, We look into Ephesians ਉਹਦਾ ਪਹਿਲਾ ਹੀ ਅਧਿਆਇ ਆਪਾਂ ਦੇਖਾਂਗੇ in chapter 1, ਔਰ ਉਹਦੇ ਆਪਾਂ 13 ਤੇ 14 ਨੰਬਰ ਆਇਤ ਦੇ ਵਿੱਚ ਦੇਖਦੇ ਹਾਂ। verse 13 and 14. ਇੱਥੇ ਲਿਖਿਆ, ਉਸ ਵਿੱਚ ਜਿਸ ਵੇਲੇ ਤੁਸੀਂ ਸਚਾਈ ਦਾ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਨੇਚਾ ਵੀ ਕੀਤੀ, ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ। Amen. ਹਾਲੇਲੂਇਆ, Hallelujah. ਹਾਲੇਲੂਇਆ। Hallelujah. ਤੁਹਾਨੂੰ ਸਮਝ ਲੱਗ ਗਈ ਮੋਹਰ ਕਿਵੇਂ ਲੱਗਦੀ ਆ? Do you understand how you could get the ਮੈਂ stamp? ਫਿਰ ਤੋਂ ਪੜਾਂਗੀ। I will read it again. ਉਸ ਵਿੱਚ ਜਿਸ ਵੇਲੇ ਤੁਸੀਂ ਸਚਾਈ ਦਾ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ, ਉਸ ਵਿੱਚ ਨੇਚਾ ਵੀ ਕੀਤੀ, ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਮੋਹਰ ਲੱਗੀ। And it says, in whom you also, having heard the word of the truth, the gospel of your salvation, in whom, having also believed, you were sealed with the Holy Spirit of promise. ਹੁਣ ਅੱਜ ਤੁਸੀਂ ਵਚਨ ਨੂੰ ਸੁਣ ਰਹੇ ਆ, Today you listening to the word of God. ਤੁਸੀਂ ਨੇਚਾ ਕਰ ਰਹੇ ਆ You're believing. ਕਿ ਮੈਂ ਕੋਈ ਇੱਥੇ ਇਹੋ ਜਿਹਾ ਚੀਜ਼ ਲੈ ਕੇ ਖਲੋਤੀ ਆ ਵੀ ਹੁਣ ਆ ਜਾਓ ਤੇ ਤੁਹਾਡੇ ਹੱਥਾਂ ਵਿੱਚ ਮੈਂ ਮੋਹਰ ਲਾ ਦੇਵਾਂ। Or do you think I'm holding something or having something that I'm saying, come and I can seal you with the stamp? ਪਰ ਇੱਥੇ ਤਾਂ ਇਦਾਂ ਲਿਖਿਆ ਆ ਵੀ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਪਰਮੇਸ਼ਵਰ ਦੇ ਵਚਨ ਉੱਤੇ, ਉਹਨਾਂ ਨੂੰ ਮੁਕਤੀ ਮਿਲੀ ਤੇ ਉਹਨਾਂ ਉੱਤੇ ਪਵਿੱਤਰ ਆਤਮਾ ਦੀ ਮੋਹਰ ਲੱਗ ਗਈ ਆ। And it says in the word, those who are given their life to the Lord, accepted and believed in Him, they already got the stamp. ਜਿਨ੍ਹਾਂ ਨੇ ਪਰਮੇਸ਼ਵਰ ਦੇ ਕੰਮਾਂ ਦੇ ਉੱਤੇ ਵਿਸ਼ਵਾਸ ਕੀਤਾ, ਉਹਨਾਂ ਉੱਤੇ ਪਵਿੱਤਰ ਆਤਮਾ ਦੀ ਮੋਹਰ ਲੱਗੀ। Those believed in the works of the Lord, they got the stamp of the Holy Spirit. ਪਵਿੱਤਰ ਆਤਮਾ ਦੀ ਮੋਹਰ ਮੈਂ ਦਿਖਾ ਸਕਦੀ ਹਾਂ। I can show you the stamp of the Holy Spirit. ਕਿੰਨੇ ਜਾਣੇ ਦੇਖਣਾ ਚਾਹੁੰਦੇ ਪਵਿੱਤਰ How many ਆਤਮਾ of ਦੀ you want ਮੋਹਰ to ਨੂੰ? see this? ਕੋਈ ਨਹੀਂ ਦੇਖਣਾ ਚਾਹੁੰਦਾ। How many do you want to see this? ਜਾਂ ਸਾਰਿਆਂ ਨੂੰ ਨਜ਼ਰ ਆ ਰਹੀ ਆ? Or you all can see it? ਪਵਿੱਤਰ ਆਤਮਾ ਦੀ ਮੋਹਰ ਆ ਰੂਹ ਦੇ ਫਲ। And the stamp of the God is the fruit of the Spirit. ਜਦੋਂ ਤੁਸੀਂ ਕਿਸੇ ਦੇ ਜੀਵਨ ਦੇ ਵਿੱਚ ਪਿਆਰ ਨੂੰ ਦੇਖਦੇ ਆ, ਪਵਿੱਤਰ ਆਤਮਾ ਦੀ ਮੋਹਰ ਆ ਉਹ। And if you see love in someone's life, that's the stamp of the Holy Spirit. ਜਦੋਂ ਤੁਸੀਂ ਉਹਦੇ ਜੀਵਨ ਵਿੱਚ ਦਇਆ ਨੂੰ ਦੇਖਦੇ ਆ, ਪਵਿੱਤਰ ਆਤਮਾ ਦੀ ਮੋਹਰ ਹੈ And ਉਹ। if you see mercy in their life, you see the stamp of the Holy ਜਦੋਂ Spirit. ਤੁਸੀਂ ਪਵਿੱਤਰਤਾਈ ਨੂੰ ਦੇਖਦੇ ਹੋ, ਪਵਿੱਤਰ ਆਤਮਾ ਦੀ ਮੋਹਰ ਹੈ। And when you see the holiness in their life, that is actually the stamp of the Holy ਜਿੰਨੇ ਵੀ Spirit. ਰੂਹ ਦੇ ਫਲ ਆ, ਦਇਆ, ਸੰਜਮ, ਪ੍ਰੇਮ, ਹਲੀਮੀ, ਇਹ ਸਭ ਰੂਹ ਦੀ ਮੋਹਰ ਹੈ। All the fruits of the Spirit, it shows that that's the stamp of the Holy Spirit. ਜਿਹਦੇ ਅੰਦਰ ਵੀ ਇਹ ਨਜ਼ਰ ਆਏ, ਉਹਦੇ ਉੱਤੇ ਪਵਿੱਤਰ ਆਤਮਾ ਦੀ ਮੋਹਰ And ਲੱਗੀ ਹੋਈ wherever ਹੈ। you can see that, that means you can say they have the stamp of the Holy Spirit. ਇਸੇ ਤਰ੍ਹਾਂ ਹੀ ਮਾਰਕ ਆਫ ਦਾ ਬੀਸਟ ਪਹਿਚਾਨਣਾ ਬਹੁਤ ਈਜ਼ੀ ਆ। And similarly, it's very easy to recognize mark of the beast. ਜਿਹੜਾ ਗੱਲ-ਗੱਲ ਤੇ ਲੜਾਈ ਛੇੜਦਾ, ਸਮਝੋ ਉਹਦੇ ਉੱਤੇ ਮਾਰਕ ਆਫ ਦਾ ਬੀਸਟ ਲੱਗਾ Those ਹੋਇਆ। start the fights very quick. Actually, they have the mark of the beast. ਜਿਹੜਾ ਝੂਠ ਬੋਲਦਾ, ਉਹਦੇ ਉੱਤੇ ਮਾਰਕ ਆਫ ਦਾ ਬੀਸਟ Those ਲੱਗਾ who ਹੋਇਆ। lies have the mark of the beast. ਜਿਹੜਾ ਪਵਿੱਤਰਤਾਈ ਨੂੰ ਤਿਆਗ ਚੁੱਕਿਆ ਆ, ਉਹਦੇ ਉੱਤੇ ਮਾਰਕ ਆਫ ਦਾ ਬੀਸਟ ਲੱਗਾ Those ਹੋਇਆ। that left it, the holiness, got the mark of the beast. ਤੁਹਾਡੇ ਕੋਲੇ ਅੱਜ ਉਹ ਅੱਖਾਂ ਆ ਗਈਆਂ ਜਿਹੜੀਆਂ ਦੁਨੀਆ ਕੋਲੇ ਨਹੀਂ ਆ। You have received the sight which the world doesn't have. ਤੁਸੀਂ ਬਹੁਤ ਈਜ਼ੀ ਸਿਆਣ ਲੈਣਾ ਆ ਵੀ ਕਿਹਦੇ ਉੱਤੇ ਕਿਹੜੀ ਮੋਹਰ Very ਲੱਗੀ easily, ਹੋਈ you're ਆ। going to be able to recognize which one holds what ਤੁਸੀਂ kind of a ਸੋਚੋ seal. ਅੱਜ ਦਾ ਸੈਸ਼ਨ ਤੁਹਾਡੇ ਲਈ ਕਿੰਨਾ ਯੂਜ਼ਫੁਲ ਸੈਸ਼ਨ ਆ, And think this session, how successful or useful it was for ਕਿੰਨਾ you. ਹੈਲਪਫੁਲ ਆ ਤੁਹਾਡੇ ਲਈ। And how much helpful it has been for ਅੱਜ you. ਪਰਮੇਸ਼ਵਰ ਦਾ ਵਚਨ ਤੁਹਾਡੀਆਂ ਆਤਮਿਕ ਅੱਖਾਂ ਨੂੰ ਖੋਲ ਰਿਹਾ ਹੈ। And today, Lord is opening your spiritual eyes. ਤੁਸੀਂ ਤੁਰੇ ਜਾਂਦਿਆਂ ਸਿਆਣ ਸਕੋਗੇ ਕਿ ਕਿਹਦੇ ਉੱਤੇ ਮਾਰਕ ਆਫ ਦਾ ਬੀਸਟ ਯਾਰ ਕਿਹਦੇ ਉੱਤੇ ਮਾਰਕ ਆਫ ਗੋਡ ਆ। While walking, you'll be able
able to recognize who holds the mark of the beast or mark of the God. ਤੁਸੀਂ ਖੁਸ਼ ਆ? Are you happy? ਹਾਲੇਲੂਇਆ, Hallelujah. ਹਾਲੇਲੂਇਆ। Hallelujah. ਆਓ ਅਸੀਂ ਆਖਿਰ ਦੇ ਵਿੱਚ ਇੱਕ ਆਇਤ ਦੇਖਾਂਗੇ। We'll see at the end one verse. ਦੂਜਾ ਤਿਮੋਥੀਅਸ 2 Timothy ਉਹਦਾ 2nd ਚੈਪਟਰ chapter 2 ਉਹਦੀ 19 ਨੰਬਰ ਆਇਤ 'ਚ ਏਦਾਂ ਲਿਖਿਆ ਆ, and verse 19 he says, ਤਾਂ ਵੀ ਪਰਮੇਸ਼ਵਰ ਦੀ ਧਰੀ ਹੋਈ ਪੱਕੀ ਨੀਂਹ ਅਟਲ ਰਹਿੰਦੀ ਹੈ, ਜਿਹਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ, ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਭਈ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅੱਡ ਰਹੇ। However, God's firm foundation stand, having this seal, the Lord knows those who are his, and let everyone who names the name of the Lord depart from unrighteousness. ਸੋ ਵਚਨ ਏਦਾਂ ਕਹਿੰਦਾ ਆ, ਜਿਹਦੇ ਉੱਤੇ ਮੋਹਰ ਲੱਗੀ ਹੋਈ ਆ ਪਰਮੇਸ਼ਰ ਉਹਨੂੰ ਜਾਣਦਾ ਆ। And he says, those holds the God's stamp, Lord knows them. ਔਰ ਜਿਹਦੇ ਉੱਤੇ ਮੋਹਰ ਲੱਗੀ ਹੋਈ ਆ, ਹੁਣ ਉਹ ਕੁਧਰਮ ਤੋਂ ਗਲਤ ਕੰਮਾਂ ਤੋਂ ਵੱਖ ਰਹੇ। And says the ones who holds the seal should stay departed from unrighteousness. ਅਗਰ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਉੱਤੇ ਪਰਮੇਸ਼ਵਰ ਦੀ ਮੋਹਰ ਲੱਗ ਚੁੱਕੀ ਹੈ, And if you believe you have received the stamp of the Lord, ਹੁਣ ਤੁਸੀਂ ਗਲਤ ਕੰਮਾਂ ਵਿੱਚ ਹਿੱਸੇਦਾਰੀ ਨਹੀਂ ਕਰਨੀ। for that reason you're not going to go in the wicked ways, ਹੁਣ ਤੁਸੀਂ ਝੂਠ ਨਹੀਂ ਬੋਲਿਆ and you're ਕਰਨਾ। not going to lie, ਹੁਣ ਤੁਸੀਂ ਲੜਾਈਆਂ ਝਗੜੇ ਨਹੀਂ and ਕਰਨੇ। you're not going to involve in ਹੁਣ fights, ਤੁਸੀਂ ਪਾਪ ਦੇ ਕੰਮਾਂ ਵਿੱਚ ਹਿੱਸਾ ਨਹੀਂ and not ਲੈਣਾ, in the sin works. ਕਿਉਂਕਿ ਵਚਨ ਵਿੱਚ ਲਿਖਿਆ ਜਿਹੜੀ ਪਰਮੇਸ਼ਵਰ ਨੇ ਨੀਂਹ ਰੱਖੀ ਆ ਉਹ ਅਟਲ ਰਹਿੰਦੀ ਆ। And it says the foundation Lord have built, he always stays. ਪਰਮੇਸ਼ਵਰ ਨੇ ਕਿਹੜੀ ਨੀਂਹ ਰੱਖੀ ਆ? What kind of a foundation Lord put on? ਪਰਮੇਸ਼ਵਰ ਨੇ ਆਪਣਾ ਲਾਅ ਜਿਹੜਾ ਆ ਉਹ ਸਾਨੂੰ ਇੱਕ ਬੇਸ ਬਣਾ ਕੇ ਦਿੱਤਾ ਆ। And Lord have already given us his law in the form of a base. ਵਚਨ ਦੇ ਵਿੱਚ ਲਿਖਿਆ ਆਸਮਾਨ ਤਾਂ ਖਿਸਕ ਸਕਦਾ, ਜ਼ਮੀਨ ਢਲ ਸਕਦੀ ਆ, ਪਰ ਪਰਮੇਸ਼ਵਰ ਦਾ ਵਚਨ ਅਟਲ ਰਹੇਗਾ। And the word it says heavens can move and earth can move, but the word of God always remains. ਅਗਰ ਅਸੀਂ ਪਰਮੇਸ਼ਵਰ ਦੇ ਵਚਨ ਉੱਤੇ ਕਾਇਮ ਰਹਾਂਗੇ, And if we stay still on the word of God, ਪਰਮੇਸ਼ਵਰ ਦੀ ਮੋਹਰ ਸਾਡੇ ਉੱਤੇ ਲੱਗੀ ਹੋਈ ਆ, our Lord's mark is on us, ਸਾਨੂੰ ਪਰਮੇਸ਼ਵਰ ਪਹਿਚਾਣੇਗਾ। and our Lord will recognize us. ਇਹ ਮੇਰਾ ਪੁੱਤ ਆ, That he is my son, ਇਹ ਮੇਰੀ ਧੀ ਆ, she is my ਇਹ daughter. ਬਰਕਤ ਇਹਦੇ ਕੋਲੇ ਜਾਣੀ ਚਾਹੀਦੀ This ਆ। blessing should go to her. ਭੁਚਾਲ ਆਉਣ ਤੋਂ ਪਹਿਲਾਂ ਭੁਚਾਲ ਨੂੰ ਪਰਮੇਸ਼ਵਰ ਦੱਸੇਗਾ ਉੱਥੇ ਰਾਜ ਰਹਿੰਦੀ ਆ, ਉਹਦੇ ਘਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। Before the flood or the earthquakes, Lord will say that's where the Raj lives, so she shouldn't get harmed. ਇੱਥੇ ਰਿਸੈਸ਼ਨ ਆਉਣ ਤੋਂ ਪਹਿਲਾਂ ਪਰਮੇਸ਼ਵਰ ਰਿਸੈਸ਼ਨ ਨੂੰ ਹੁਕਮ ਦੇਗਾ ਕਿ ਉੱਥੇ 올 ਨੇਸ਼ਨ ਦੇ ਲੋਕੀ ਰਹਿੰਦੇ, ਉਹਨਾਂ ਦੀਆਂ ਜੌਬ ਨਹੀਂ ਜਾਣੀਆਂ ਚਾਹੀਦੀਆਂ। Before the recession, Lord will say that no one from all nations should lose their job. ਇੱਥੇ ਬੈਂਕਾਂ ਬੰਦ ਹੋਣ ਤੋਂ ਪਹਿਲਾਂ ਬੈਂਕਾਂ ਦੇ ਉੱਤੇ ਇੱਕ ਸਪਿਰਚੁਅਲ ਕਮਾਂਡ ਰਿਲੀਜ਼ ਕੀਤੀ ਜਾਏਗੀ ਕਿ ਇੱਥੇ 올 ਨੇਸ਼ਨ ਲੋਕਾਂ ਦੇ ਅਕਾਊਂਟ ਆ, ਉਹਨਾਂ ਦੇ ਪੈਸੇ ਮਰਨੇ ਨਹੀਂ ਚਾਹੀਦੇ। And there will be a spiritual declaration on the banks that the people, all nation peoples belongs to this bank, ਬਿਮਾਰੀ so ਆਉਣ they ਤੋਂ should not lose their ਪਹਿਲਾਂ money. ਬਿਮਾਰੀ ਨੂੰ ਹੁਕਮ ਦਿੱਤਾ ਜਾਏਗਾ ਕਿ ਇਹ ਕਲੀਸਿਆ ਦਾ ਇੱਕ ਵੀ ਮੈਂਬਰ ਤੇ ਉਹਨਾਂ ਦਾ ਪਰਿਵਾਰ ਦਾ ਇੱਕ ਵੀ ਮੈਂਬਰ ਬਿਮਾਰ ਨਹੀਂ ਹੋਣਾ ਚਾਹੀਦਾ। And it will be commanded that no member from this church should be getting into the sickness. ਅੱਗ ਨੂੰ ਹੁਕਮ ਦਿੱਤਾ ਜਾਏਗਾ, ਇਹਨਾਂ ਘਰਾਂ ਦੇ ਉੱਤੇ ਤੇਰਾ ਕੋਈ ਅਧਿਕਾਰ ਨਹੀਂ Fire ਹੈ। will be declared that no right on the houses of these people. ਪਾਣੀਆਂ ਨੂੰ ਹੁਕਮ ਦਿੱਤਾ ਜਾਏਗਾ ਕਿ ਇਹਨਾਂ ਉੱਤੇ ਤੇਰਾ ਕੋਈ ਅਧਿਕਾਰ And ਨਹੀਂ even ਹੈ। voters will receive the same commandments. ਉਹ ਤੁਹਾਡਾ ਕੋਈ ਵਿਗਾੜ ਨਾ ਕਰਨਗੇ, They won't be able to harm you. ਕਿਉਂਕਿ ਤੁਹਾਡੇ ਉੱਤੇ ਮੋਹਰ ਲੱਗੀ As ਹੋਈ you ਹੈ। have the stamp of the Lord. ਜਦੋਂ ਵੀ ਕੋਈ ਡਿਜ਼ਾਸਟਰ ਜਾਂ ਕੋਈ ਮਹਾਮਾਰੀ ਆਏਗੀ, Whenever the disaster or any big diseases will come, ਤੁਹਾਡੇ ਉੱਤੇ ਲੱਗੀ ਹੋਈ ਮੋਹਰ ਉਹਨੂੰ ਤੁਹਾਡੇ ਤੋਂ ਦੂਰ ਥਾਣੀ ਲੰਘਾ your ਦੂਗੀ। stamp will let that thing to pass away from you. ਦੋ ਲੋਕ ਜਿਹੜੇ ਗੋਸ਼ਨ ਦੇ ਅੰਦਰ ਸੀ, Those people who were in Goshen, ਜਿਨ੍ਹਾਂ ਦੇ ਘਰਾਂ ਦੇ ਉੱਤੇ ਲਹੂ ਦੀ ਮੋਹਰ ਲੱਗੀ ਹੋਈ those ਸੀ, had the stamp of the blood on the doorstep. ਮੌਤ ਦਾ ਫਰਿਸ਼ਤਾ ਉਹਨਾਂ ਘਰਾਂ ਦੇ ਅੰਦਰ ਨਹੀਂ ਗਿਆ, Death of the angel didn't enter into the house, ਕਿਉਂਕਿ ਉੱਥੇ ਨਿਸ਼ਾਨ ਲੱਗਾ ਹੋਇਆ as ਸੀ। there was a sign. ਉਹਨਾਂ ਦੇ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ। They had no harm to the houses. ਅਗਰ ਤੁਹਾਡੇ ਉੱਤੇ ਮੋਹਰ ਲੱਗੀ ਹੋਏਗੀ, ਤੁਹਾਡਾ ਕੋਈ ਨੁਕਸਾਨ ਨਹੀਂ And if ਹੋਏਗਾ। you'll have the stamp, you'll have no harm. ਪਰ ਇਹ ਮੋਹਰ ਉਦੋਂ ਤੱਕ ਲੱਗੀ ਰਹੇਗੀ ਜਦ ਤੱਕ ਤੁਸੀਂ ਕੁਧਰਮ ਤੋਂ ਅੱਡ ਰਹੋਗੇ। This stamp will stay on you until you keep yourself away from unrighteousness. ਅਗਰ ਆਉਣ ਵਾਲੀ ਤਬਾਹੀ ਦੇ ਵਿੱਚ ਬਚੇ ਰਹਿਣਾ ਆ, And if you want to save yourself for the coming destruction, ਅਗਰ ਕਾਲ ਦੇ ਦਿਨਾਂ ਦੇ ਵਿੱਚ ਵੀ ਰੱਜ
ਚਾਹੁੰਦੇ even ਹੋ, in famines you want to eat well, ਅਗਰ ਮੌਤ ਦੇ ਫਰਿਸ਼ਤੇ ਦੇ ਘੁੰਮਦਿਆਂ ਹੋਇਆਂ ਵੀ ਤੁਸੀਂ ਲੰਮਾ ਜੀਵਨ ਜੀਣਾ and even ਚਾਹੁੰਦੇ you ਹੋ, want to have a long life while that death angel is surrounding, ਆਪਣੇ ਆਪ ਨੂੰ ਕੁਧਰਮ ਤੋਂ ਬਚਾ ਕੇ ਰੱਖਣਾ you ਹੋਊਗਾ, need to protect yourself from unrighteousness. ਬੁਰੀਆਂ ਆਦਤਾਂ ਵਿੱਚੋਂ ਬਾਹਰ ਕੱਢਣਾ ਹੋਊਗਾ, You need to come out of the bad habits. ਝੂਠ ਬੋਲਣਾ ਛੱਡਣਾ ਹੋਊਗਾ, You need to stop lying. ਇੱਕ ਦੂਜੇ ਦੇ ਨਾਲ ਨਫ਼ਰਤ ਕਰਨੀ ਛੱਡਣੀ You need to ਹੋਊਗੀ, stop hating each other. ਲਗਾਤਾਰ ਪ੍ਰਾਰਥਨਾ ਵਿੱਚ ਔਰ ਪਰਮੇਸ਼ਵਰ ਵਿੱਚ ਬਣੇ ਰਹਿਣਾ ਹੋਊਗਾ। Continuously you need to stay in the prayers and grow more in the Lord. ਤੁਹਾਡੀ ਮੋਹਰ ਸਿਰਫ ਲੱਗੀ ਨਹੀਂ ਹੋਊਗੀ, ਦੂਰੋਂ ਚਮਕਦੀ ਹੋਈ It's ਨਜ਼ਰ not that ਆਊਗੀ। you will have a stamp, but people from far will be able to see your stamp. ਜਿੰਨਾ ਹਨੇਰਾ ਗੂੜਾ ਹੋਊਗਾ, More than that darkness gonna take place, ਪ੍ਰਕਾਸ਼ ਉਨਾ ਦੂਰੋਂ ਨਜ਼ਰ ਆਏਗਾ। more light will reflect from far. ਜਿੰਨੀ ਰਾਤ ਹਨੇਰੀ ਹੋਏਗੀ, More night is dark, ਤਾਰੇ ਉਹਨੇ ਵੱਧ ਚਮਕਣਗੇ। the stars will shine more. ਹਨੇਰਾ ਕਦੀ ਵੀ ਲੌ ਨੂੰ ਬੁਝਾ ਨਹੀਂ ਸਕਦਾ। Darkness can never hide light. ਇਸ ਲਈ ਭਾਵੇਂ ਦੁਨੀਆ ਉੱਤੇ ਜਿੰਨੀ ਮਰਜ਼ੀ ਹਨੇਰਗਰਦੀ ਮਚ ਜਾਵੇ, For that reason, doesn't matter what darkness this world holds, ਤੁਸੀਂ ਚਮਕਦੇ ਰਹੋਗੇ। you will always shine. ਹਰ ਵਚਨ ਵਿੱਚ ਲਿਖਿਆ ਹੋਇਆ ਆ, As it is written in the word, ਕਹਿੰਦਾ ਪਰਮੇਸ਼ਵਰ ਦੇ ਲੋਕੀ ਚਮਕਦੇ ਹੋਏ ਸਿਤਾਰਿਆਂ ਦੇ ਵਾਂਗ it says ਨਜ਼ਰ the ਆਉਣਗੇ। word, God's people will always shine like a stars. ਔਰ ਤੁਸੀਂ ਉਹ ਸਿਤਾਰੇ ਹੋ And you are those stars. ਜਿਹਦਾ ਨਾਮ ਲੈ ਕੇ ਪਰਮੇਸ਼ਵਰ ਬੁਲਾਉਂਦਾ ਆ, Those names Lord's call. ਜਿਨ੍ਹਾਂ ਦੇ ਨਾਮ ਪਰਮੇਸ਼ਵਰ ਨੇ ਆਪਣੇ ਹੱਥਾਂ ਉੱਤੇ ਲਿਖੇ Those ਹੋਏ ਆ, names been written on God's hand. ਜਿਨ੍ਹਾਂ ਦੇ ਨਾਮ ਜੀਵਨ ਦੀ ਪੋਥੀ ਵਿੱਚ ਲਿਖੇ Those ਹੋਏ names ਆ, are available in the book of life. ਜਿਨ੍ਹਾਂ ਦੇ ਨਾਮ ਕਦੀ ਵੀ ਮਿਟੇ ਨਹੀਂ Those ਜਾਣਗੇ। names never gonna get removed. ਔਰ ਤੁਸੀਂ ਉਹ ਜਿਹੜੇ ਇਸ ਦੁਨੀਆ ਦੇ ਵਿੱਚ ਇੱਕ ਹੋਰ ਜ਼ਬਰਦਸਤ ਰਿਵਾਈਵਲ ਲੈ ਕੇ Though ਆਓਗੇ, you are the people gonna bring a big revival in this world. ਕਿਉਂਕਿ ਤੁਸੀਂ ਬਾਈਬਲ ਪੜ੍ਹਨ ਵਾਲੇ ਨਹੀਂ ਪਰ ਬਾਈਬਲ ਬਣ ਰਹੇ ਹੋ। You are not only the Bible readers, but you actually become a Bible. ਕੋਈ ਬਾਈਬਲ ਪੜ੍ਹੇ ਜਾਂ ਨਾ ਪੜ੍ਹੇ, ਲੋਕੀ ਤੁਹਾਨੂੰ ਪੜ੍ਹਨਗੇ। People doesn't whether they read Bible or not, but they will read you. ਔਰ ਜਿਹੜਾ ਤੁਹਾਨੂੰ ਪੜ੍ਹੇਗਾ ਉਹ ਬਚਾਇਆ ਜਾਏਗਾ, Those will read, you will be saved. ਕਿਉਂਕਿ ਤੁਸੀਂ ਪਰਮੇਸ਼ਵਰ ਦਾ ਵਚਨ ਹੋ, As you are the word of God. ਤੁਸੀਂ ਪਰਮੇਸ਼ਵਰ ਦੇ ਹੱਥਾਂ ਦੀ ਰਚਨਾ ਹੋ, As you are the creation of the ਤੁਸੀਂ Lord. ਪਰਮੇਸ਼ਵਰ ਦਾ ਜਿੰਦਾ ਮੰਦਰ ਹੋ, As you are the living temple of the Lord. ਉਹਦਾ ਆਤਮਾ ਤੁਹਾਡੇ ਅੰਦਰ ਹੈ। As His Spirit dwells in you. ਹਾਲੇਲੂਇਆ, Hallelujah. ਹਾਲੇਲੂਇਆ। Hallelujah. ਆਓ ਆਪਣੇ ਪੈਰਾਂ ਤੇ ਖੜੇ ਹੋ ਜਾਓ। We all stand on our feet. ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਦਾ ਜ਼ਬਰਦਸਤ ਰੀਤੀ ਦੇ ਨਾਲ ਧੰਨਵਾਦ ਕਰੋ, Start praising and thank the Lord. ਕਿਉਂਕਿ ਉਹ ਮਹਾਨ ਹੈ। As He is a great. ਔਰ ਉਹਦਾ ਸ਼ੁਕਰ ਕਰੋ ਕਿ ਉਹਨੇ ਆਪਣੀ ਮੋਹਰ ਤੁਹਾਡੇ ਉੱਤੇ ਲਗਾਈ ਹੋਈ And ਹੈ। thank Him that He has stamped you with His ਜਿੰਨਾ mark. ਧੰਨਵਾਦ ਕਰ ਸਕਦੇ ਕਰੋ ਉਹਦਾ As ਧੰਨਵਾਦ। much you could give thanks to Him, start thanking Him. ਤੁਹਾਨੂੰ ਪਰਮੇਸ਼ਵਰ ਨੇ ਦੁੱਖ ਦੇਣ ਲਈ ਨਹੀਂ ਚੁਣਿਆ, He hasn't chosen you to give you the tiredness. ਤੁਹਾਨੂੰ ਦੁੱਖਾਂ ਵਿੱਚੋਂ ਬਾਹਰ ਕੱਢਣ ਲਈ ਚੁਣਿਆ ਹੈ। Instead to get you out from the sadness. ਜਿਸ ਨੂੰ ਵੀ ਪਰਮੇਸ਼ਵਰ ਨੇ ਚੁਣਿਆ ਉਹਨੂੰ ਖੁਸ਼ੀ ਦੇਣ ਲਈ ਚੁਣਿਆ ਹੈ। Whoever Lord have selected to give you the ਜਿਸ ਨੂੰ ਵੀ happiness. ਪਰਮੇਸ਼ਵਰ ਨੇ ਚੁਣਿਆ ਚੰਗਿਆਈ ਦੇਣ ਲਈ ਚੁਣਿਆ For ਹੈ। the healing. ਜਿਸ ਨੂੰ ਵੀ ਚੁਣਿਆ ਪਰਮੇਸ਼ਵਰ ਨੇ ਆਪਣੀ ਮਹਿਮਾ ਦੇ ਲਈ ਚੁਣਿਆ Whoever ਹੈ। He has selected for His own glory. ਜਿਸ ਨੂੰ ਵੀ ਚੁਣਿਆ ਹੈ ਇੱਕ ਵੱਡੀ ਗਵਾਹੀ ਦੇ ਲਈ For ਚੁਣਿਆ His ਹੈ। big testimony. ਔਰ ਉਹ ਖੁਸ਼ੀ ਤੁਹਾਡੇ ਲਈ ਹੈ, And this happiness is for ਉਹ you. ਗਵਾਹੀ ਤੁਹਾਡੀ ਹੈ, This testimony is ਉਹ yours. ਚੰਗਿਆਈ ਤੁਹਾਡੀ This ਹੈ, healing is ਉਹ yours. ਬਰਕਤ ਤੁਹਾਡੀ This ਹੈ। blessing is yours. ਸੋ ਆਓ ਪਰਮੇਸ਼ਵਰ ਦੇ ਅੱਗੇ ਆਪਣੇ ਦਿਲ ਨੂੰ ਖੋਲ ਦਿਓ। So we need to open our hearts to the Lord. ਅਗਰ ਕਿਸੇ ਵੀ ਤਰ੍ਹਾਂ ਦਾ ਗੁੱਸਾ ਗਿਲਾ ਕਿਸੇ ਦੇ ਲਈ ਮਨ ਵਿੱਚ ਹੈ ਤਾਂ And if ਉਹਨੂੰ you ਦੂਰ have any ਕਰੋ, grudges or hate or anger for anybody, ਉਹਨੂੰ ਆਪਣੇ ਦਿਲ ਵਿੱਚੋਂ ਕੱਢ ਦਿਓ। you need to take that out of your heart. ਜੇ ਨਹੀਂ ਮਾਫ ਕਰ ਸਕਦੇ ਤਾਂ ਪਰਮੇਸ਼ਵਰ ਨੂੰ ਕਹੋ, ਪ੍ਰਭੂ ਆਪਣਾ ਜ਼ੋਰ ਦਿਓ, ਮੈਂ ਉਹਨੂੰ ਮਾਫ And if you ਕਰਨਾ can't ਚਾਹੁੰਦਾ forgive them ਹਾਂ। with your strength, ask the Lord to give His strength to you. ਅੱਜ ਪਰਮੇਸ਼ਵਰ ਦੇ ਜ਼ੋਰ ਦੇ ਨਾਲ ਉਸ ਗੁੱਸੇ ਨੂੰ ਕੱਢ ਦਿਓ। With the help and the power of the Lord, get that anger get out of you. ਔਰ ਪਰਮੇਸ਼ਵਰ ਤੋਂ ਮੰਗੋ ਪਰਮੇਸ਼ਵਰ ਵਾਲਾ ਪ੍ਰੇਮ। And ask Him for His love. ਕਹੋ, ਪ੍ਰਭੂ ਮੇਰੇ ਦਿਲ ਨੂੰ ਆਪਣੇ ਪਿਆਰ ਦੇ ਨਾਲ ਭਰ ਦਿਓ। And say, Lord, fill my heart with your love. ਪ੍ਰਭੂ ਮੈਂ ਭਰਨਾ ਚਾਹੁੰਦਾ I want ਹਾਂ। to be filled. ਪ੍ਰਭੂ ਮੇਰੇ ਮੱਥੇ ਦੇ ਉੱਤੇ ਆਪਣੀ ਮੋਹਰ ਲਗਾ Lord, have ਦਿਓ। your stamp on my forehead. ਪ੍ਰਭੂ ਉਹ ਮੋਹਰ ਨਜ਼ਰ ਆਏ। So people can see the stamp. ਆਓ ਪ੍ਰਭੂ ਮੈਂ ਤੁਹਾਨੂੰ ਆਪਣੇ ਜੀਵਨ ਵਿੱਚ ਸੱਦਾ ਦਿੰਦਾ Lord, I ਹਾਂ। invite you in my life.
ਛੂਓ Touch me, Lord. ਪਿਤਾ ਮੈਨੂੰ ਛੂ ਲਵੋ Father, touch me. ਮੈਨੂੰ ਛੂ ਲਵੋ Touch me, Lord. ਮੈਨੂੰ ਚੰਗਾ ਕਰ ਦਿਓ Heal me, Lord. ਵਚਨ ਵਿੱਚ ਲਿਖਿਆ ਹੈ And says in the word, ਪਰਮੇਸ਼ਵਰ ਚਾਹੁੰਦਾ ਹੈ ਤੂੰ ਨਰੋਇਆ ਹੋ ਜਾ the Lord wants you to be healed. ਅੱਜ ਪਰਮੇਸ਼ਵਰ ਤੁਹਾਨੂੰ ਨਰੋਇਆ ਕਰਨਾ Lord ਚਾਹੁੰਦਾ wants to ਹੈ heal you today. ਸੱਚਮੁੱਚ ਅੱਜ ਉਹ ਇੱਥੇ ਮੌਜੂਦ ਹੈ Truly, He is present here. ਉਹਦਾ ਆਤਮਾ ਇਸ ਜਗ੍ਹਾ ਤੇ ਮੰਡਰਾ ਰਿਹਾ ਹੈ Spirit is dwelling here. ਆਪਣੀਆਂ ਅੱਖਾਂ ਨੂੰ ਬੰਦ ਕਰਕੇ ਉਹਦੇ ਆਤਮਾ ਨੂੰ ਮਹਿਸੂਸ ਕਰਨਾ ਸ਼ੁਰੂ Close your ਕਰੋ eyes and start feeling the Holy Spirit. ਉਹਦੀ ਪ੍ਰੈਜ਼ੈਂਸ ਨੂੰ ਮਹਿਸੂਸ ਕਰੋ Feel His presence. ਜਿੱਦਾਂ ਵੀ ਤੁਹਾਨੂੰ ਉਹਦੀ ਪ੍ਰੈਜ਼ੈਂਸ ਮਹਿਸੂਸ ਹੁੰਦੀ ਉਹਨੂੰ ਆਪਣੇ ਅੰਦਰ ਲੈ ਲਵੋ Whatever way you feeling His presence, take it yourself. ਪਰਮੇਸ਼ਵਰ ਨੂੰ ਕਹੋ ਮੇਰੇ ਦਿਲ ਵਿੱਚ ਆ ਜਾਓ Say to the Lord, come into my heart. ਪ੍ਰਭੂ ਆਪਣੀ ਪ੍ਰੈਜ਼ੈਂਸ ਨੂੰ ਮੇਰੇ ਉੱਤੇ ਜ਼ਾਹਿਰ ਕਰੋ Lord, bring your presence upon me. ਸੱਚਮੁੱਚ ਬਹੁਤ ਸਾਰੇ ਲੋਕੀ ਹੈਵਨਲੀ ਫ੍ਰੈਗਰੈਂਸ ਦੇ ਨਾਲ ਭਰ ਜਾਣਗੇ And many of the people and the families will fill with the presence. ਬਹੁਤ ਸਾਰੇ ਦਿਲ ਖੁਸ਼ੀ ਤੇ ਆਨੰਦ ਦੇ ਨਾਲ ਭਰ Many ਜਾਣਗੇ hearts will be filled with the joy and happiness. ਬਹੁਤ ਸਾਰੇ ਲੋਕ ਨੱਚਣਾ ਚਾਹਣਗੇ Many of the people want to dance. ਬਹੁਤ ਸਾਰੇ ਲੋਕ ਰੋਣਾ ਚਾਹਣਗੇ And many people want to cry. ਪਰ ਅੱਜ ਜੋ ਵੀ ਇਸ ਵੇਲੇ ਤੁਹਾਡੇ ਨਾਲ ਹੋ ਰਿਹਾ ਹੋਣ ਦਿਓ Or whatever the Holy Spirit guiding you, let that happen. ਆਪਣੇ ਉੱਤੇ ਆਪਣਾ ਕਾਬੂ ਨਾ ਰੱਖੋ Don't have your own control on yourself. ਪਰ
ਜਿਸਮ ਦੇ ਵਿੱਚ ਹੋ ਰਿਹਾ ਹੈ। Truly, the work of the Lord is happening in your body. ਤੁਸੀਂ ਆਪਣੇ ਅੰਦਰੋਂ ਬਿਮਾਰੀਆਂ ਨੂੰ ਨਿਕਲਦਾ ਹੋਇਆ ਮਹਿਸੂਸ ਕਰ You will ਸਕਦੇ ਹੋ। feel the sickness and disease is leaving you. ਤੁਹਾਡੇ ਜਿਸਮ ਦੀਆਂ ਦਰਦਾਂ ਤੁਹਾਨੂੰ ਛੱਡ ਕੇ ਜਾ ਰਹੀਆਂ ਹਨ। All the problems of your bodies will leave. ਕੈਂਸਰ ਤੁਹਾਨੂੰ ਛੱਡ ਕੇ ਜਾ ਰਿਹਾ ਹੈ। Cancer is leaving you. HIV ਤੁਹਾਨੂੰ ਛੱਡ ਕੇ ਜਾ ਰਿਹਾ ਹੈ। HIV leaving your body. TB ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ And ਰਹੀ even TB as well. ਲਿਵਰ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ Liver diseases are leaving you. ਗੁਪਤ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ Secret ਹਨ। diseases are leaving you. ਜੌਂਡਿਸ ਤੁਹਾਨੂੰ ਛੱਡ ਕੇ ਜਾ ਰਿਹਾ Jaundice ਹੈ। is leaving you. ਪੇਟ ਦੀਆਂ ਸਾਰੀਆਂ ਬਿਮਾਰੀਆਂ ਜਾ And ਰਹੀਆਂ all your ਹਨ। gut problems are leaving you. ਤੁਸੀਂ ਚੰਗੇ ਹੋ ਰਹੇ You ਹੋ। are getting healed. ਆਰਥਰਾਈਟਿਸ ਦੀ ਪ੍ਰੋਬਲਮ ਜਾ ਰਹੀ ਹੈ। Arthritis problem leaving you. ਸ਼ੂਗਰ ਨਾਰਮਲ ਹੋ ਰਹੀ ਹੈ। Diabetes getting normal. ਬਲੱਡ ਪ੍ਰੈਸ਼ਰ ਨਾਰਮਲ ਹੋ ਰਿਹਾ ਹੈ। Pressure's going away. ਆਟੋ ਇਮਿਊਨ ਹੀਲ ਹੋ ਰਿਹਾ ਹੈ। Autoimmune is getting healed. ਇਮਿਊਨ ਹੀਲ ਹੋ ਰਿਹਾ ਹੈ। Immune getting healed. ਡਾਈਜੈਸਟਿਵ ਸਿਸਟਮ ਹੀਲ ਹੋ ਰਿਹਾ ਹੈ। Digestive system is getting healed. ਇਨਫੈਕਸ਼ਨ ਜਾ ਰਹੀ ਹੈ। Infection is leaving. ਇਨਫੈਕਸ਼ਨ ਜਾ ਰਹੀ ਹੈ। Infection is leaving. ਅਸਥਮਾ ਦੀ ਬਿਮਾਰੀ ਜਾ ਰਹੀ ਹੈ। Asthma problem leaving. ਥਾਇਰੋਇਡ ਦੀਆਂ ਪ੍ਰੋਬਲਮ ਜਾ ਰਹੀਆਂ And ਹਨ। every other sickness is leaving. ਥਾਇਰੋਇਡ ਹੀਲ ਹੋ ਰਿਹਾ ਹੈ। And heart is healing. ਤੁਸੀਂ ਚੰਗੇ ਹੋ ਰਹੇ ਹੋ। Thyroid is leaving and you're ਦਿਲ getting ਦੀਆਂ healed. ਸਾਰੀਆਂ ਬਿਮਾਰੀਆਂ ਜਾ ਰਹੀਆਂ Heart, ਹਨ। all problems are leaving. ਸਰਜਰੀਆਂ ਕੈਂਸਲ ਹੋ ਰਹੀਆਂ ਹਨ। Surgeries are getting cancelled. ਆਪਰੇਸ਼ਨ ਕੈਂਸਲ ਹੋ ਰਹੇ ਹਨ। Operations are getting cancelled. ਤੁਹਾਡੀਆਂ ਅੱਖਾਂ ਚੰਗੀਆਂ ਹੋ ਰਹੀਆਂ Your ਹਨ। eyes are getting better. ਤੁਹਾਡੇ ਕੰਨਾਂ ਦੀ ਚੰਗਿਆਈ ਹੋ ਰਹੀ ਹੈ। Getting healed on your head. ਤੁਹਾਡੇ ਮੂੰਹ ਦੀ ਚੰਗਿਆਈ ਹੋ ਰਹੀ In ਹੈ। your mouth. ਤੁਹਾਡੇ ਸਰੀਰ ਦੀ ਇੱਕ ਇੱਕ ਨਾੜ ਖੁੱਲ ਰਹੀ ਹੈ। And every vein of your body is ਸਾਰੀ ਬਲੌਕੇਜ ਦੂਰ ਹੋ ਰਹੀ ਹੈ। all the blockages are going away. ਪਰਮੇਸ਼ਵਰ ਦਾ ਲਹੂ ਤੁਹਾਡੀ ਨਾੜ ਨਾੜ ਵਿੱਚ ਵਹਿ ਰਿਹਾ ਹੈ। Lord's blood is flowing in every vein of your body. ਉਹ ਸਾਰੇ ਪਾਪ ਤੋਂ ਤੁਹਾਨੂੰ ਸ਼ੁੱਧ ਕਰਦਾ And ਹੈ it's cleaning you from every sin. ਤੇ ਸਾਰੇ ਰੋਗਾਂ ਤੋਂ ਤੁਹਾਨੂੰ ਚੰਗਾ And ਕਰਦਾ heal you ਹੈ। from all sicknesses and ਤੁਹਾਡੇ diseases. ਉੱਤੇ ਦਇਆ ਤੇ ਰਹਿਮ ਦਾ ਮੁਕਟ ਆ ਰਿਹਾ ਹੈ। And the crown of thy mercy and grace is coming upon ਸੱਚਮੁੱਚ you. ਤੁਹਾਡੇ ਸਿਰਾਂ ਉੱਤੇ ਦਇਆ ਤੇ ਰਹਿਮ ਦਾ ਮੁਕਟ ਆ And ਰਿਹਾ truly ਹੈ। on your heads the crown of thy mercy and grace is ਤੁਹਾਡਾ coming. ਪਿਆਲਾ ਭਰਿਆ ਹੋਇਆ ਹੈ। Your cup is overflowing. ਪਰਮੇਸ਼ਵਰ ਦੇ ਮਸਾ ਦੀ ਬੂੰਦਾਂ ਇੱਥੇ ਵਰਸ ਰਹੀਆਂ ਹਨ। And the anointing of the Lord is flowing here. ਉਹ ਤੇਲ ਦੀ ਨਿਆਈ ਤੁਹਾਡੇ ਉੱਤੇ ਉਤਰ And ਰਿਹਾ the ਹੈ। form of the oil is coming down on you. ਜੈਤੂਨ ਦੇ ਖਾਲਸ ਤੇਲ ਦੀ ਨਿਆਈ ਉਹ ਤੁਹਾਡੇ Like ਉੱਤੇ the ਆ only ਰਿਹਾ ਹੈ। pure thing is coming upon you. ਉਹ ਸਿਰ ਦੇ ਤਾਲੂ ਤੋਂ ਹੋ ਕੇ ਪੈਰਾਂ ਦੀਆਂ ਤਲੀਆਂ ਤੱਕ ਰਚਦਾ ਜਾ ਰਿਹਾ ਹੈ। Head to toe is so getting into you. ਤੁਹਾਡੇ ਸਿਰ ਦੇ ਤਾਲੂ ਤੋਂ ਲੈ ਕੇ ਪੈਰ ਦੀਆਂ ਤਲੀਆਂ ਤੱਕ ਤੁਸੀਂ ਚੰਗੇ ਹੋ ਚੁੱਕੇ From ਹੋ। your head to toe you've been healed. ਤੁਸੀਂ ਸਿਰ ਦੇ ਤਾਲੂ ਤੋਂ ਲੈ ਕੇ ਪੈਰ ਦੀਆਂ ਤਲੀਆਂ ਤੱਕ ਆਜ਼ਾਦ ਹੋ ਚੁੱਕੇ ਹੋ। You've been set free from your head to toe. ਤੁਸੀਂ ਸਿਰ ਦੇ ਤਾਲੂ ਤੋਂ ਲੈ ਕੇ ਪੈਰ ਦੀਆਂ ਤਲੀਆਂ ਤੱਕ ਪਵਿੱਤਰ ਹੋ ਚੁੱਕੇ And ਹੋ। from your head to toe you've been holy now. ਤੁਹਾਡੇ ਸਿਰ ਦੇ ਤਾਲੂ ਤੋਂ ਲੈ ਕੇ ਪੈਰ ਦੀ ਤਲੀ ਤੱਕ ਪਰਮੇਸ਼ਵਰ ਦਾ ਰਾਜ ਤੁਹਾਡੇ ਅੰਦਰ ਆ ਗਿਆ The Lord's ਹੈ। kingdom is on you from head to toe. ਤੁਸੀਂ ਆਪਣੀ ਹੀਲਿੰਗ ਨੂੰ ਸੈਲੀਬ੍ਰੇਟ ਕਰੋ। Celebrate your healing. ਪਰਮੇਸ਼ਵਰ ਨੇ ਦਿੱਤੀ ਤੁਹਾਨੂੰ ਹੀਲਿੰਗ ਸੈਲੀਬ੍ਰੇਟ Lord, I've ਕਰੋ। given you healing. Celebrate. ਆਪਣੀ ਆਜ਼ਾਦੀ ਨੂੰ ਸੈਲੀਬ੍ਰੇਟ Celebrate ਕਰੋ। your freedom. ਸੈਲੀਬ੍ਰੇਟ ਕਰੋ। Celebrate it. ਸ਼ਾਊਟ ਕਰੋ। Shout his ਉਹਦੀ name ਪ੍ਰੇਜ਼ ਕਰੋ। and praise him. ਕਿਉਂਕਿ ਉਹ ਮਹਿਮਾ ਦੇ ਯੋਗ ਹੈ। He is capable of this ਹਾਂ service. ਮਹਿਮਾ ਦੇ ਯੋਗ ਹੈ। This all belongs ਉਹ to ਮਹਿਮਾ him. ਦੇ
ਪਰਮੇਸ਼ਵਰ ਦਾ ਧੰਨਵਾਦ ਕਰੋ। Thank the Lord. ਜ਼ਬਰਦਸਤ ਤਾੜੀ ਦੇ ਨਾਲ With ਪਰਮੇਸ਼ਵਰ a ਦਾ ਧੰਨਵਾਦ great ਕਰੋ। clap for the Lord. ਉੱਚੀ ਆਵਾਜ਼ ਦੇ ਨਾਲ ਉਹਦਾ With a loud ਧੰਨਵਾਦ ਕਰੋ। noise. ਓ ਹਾਲੇਲੂਇਆ, Hallelujah. ਹਾਲੇਲੂਇਆ, Hallelujah. ਹਾਲੇਲੂਇਆ। Hallelujah. Thank you, Jesus. Thank you, Jesus. Thank you, Lord. Thank you, Jesus. Thank you, Lord. ਜਦੋਂ ਪ੍ਰਭੂ ਯਿਸੂ ਮਸੀਹ ਨੇ ਰੋਗੀਆਂ ਨੂੰ ਚੰਗਿਆ ਕੀਤਾ The time Jesus healed the sick people, ਤੇ ਉਹਨਾਂ ਨੇ ਇੱਕ ਗੱਲ ਲੋਕਾਂ ਨੂੰ ਕਹੀ, he said one thing to people. ਮੁੜ ਕੇ ਪਾਪ ਨਾ ਕਰੀ। He said, don't commit the sin again. ਅੱਜ ਸ਼ਿਫਾ ਲੈਣ ਤੋਂ ਪਹਿਲਾਂ ਤੁਸੀਂ ਤੌਬਾ ਕੀਤੀ, Today, before receiving the healing, you repented ਉਹਨੇ ਤੁਹਾਡੇ ਪਾਪ ਮਾਫ ਕਰ and he ਦਿੱਤੇ। forgive all your sins. ਤੁਸੀਂ ਸ਼ਿਫਾ ਮੰਗੀ, You asked for ਉਹਨੇ healing ਤੁਹਾਨੂੰ ਸ਼ਿਫਾ ਦਿੱਤੀ। and he has given you the healing. ਤੁਸੀਂ ਬਰਕਤ ਮੰਗੀ, You asked for blessing ਉਹਨੇ ਤੁਹਾਨੂੰ ਬਰਕਤ and he ਦਿੱਤੀ। has blessed you. ਤੁਸੀਂ ਭੂਤਾਂ ਤੋਂ ਛੁਟਕਾਰਾ ਮੰਗਿਆ, You asked for the freedom from the evil spirits ਉਹਨੇ ਤੁਹਾਨੂੰ ਛੁਟਕਾਰਾ ਦਿੱਤਾ। and he set you free. ਪਰ ਹੁਣ ਉਹ ਤੁਹਾਨੂੰ ਕਹਿ ਰਿਹਾ, But now he's saying to you, ਮੁੜ ਕੇ ਪਾਪ ਨਾ don't ਕਰੀ। go back in sin. ਜੇ ਇਸ ਪਾਪ ਤੋਂ ਅੱਜ ਤੌਬਾ ਕਰ ਲਈ, The one you repented from the sin, ਹੁਣ ਵਾਪਸ ਉਹਦੇ ਵਿੱਚ ਨਾ don't ਜਾਇਓ। go back in there again. ਜਦ ਤੱਕ ਬਚੇ ਰਹੋਗੇ, Until you are saved, ਤੁਹਾਡੀ ਸ਼ਿਫਾ ਕਾਇਮ ਰਹੇਗੀ, your healing will stay with ਤੁਹਾਡਾ you. ਛੁਟਕਾਰਾ ਬਣਿਆ ਰਹੇਗਾ, Your freedom will stay ਔਰ with you. ਤੁਹਾਡੇ ਮੱਥਿਆਂ ਉੱਤੇ ਮੋਹਰ ਚਮਕਦੀ ਰਹੇਗੀ। And on your forehead the mark will shine. Hallelujah. Hallelujah. ਹਾਲੇਲੂਇਆ। Hallelujah. ਤੁਸੀਂ ਯਕੀਨ ਕਰਦੇ ਤੁਸੀਂ ਚੰਗੇ ਹੋ Do ਚੁੱਕੇ you ਹੋ? believe that you've been healed? ਜਿੱਦਾਂ ਤੁਹਾਡੀ ਨੇਚਾ ਉਦਾਂ ਤੁਹਾਡੇ ਨਾਲ ਹੋ ਜਾਵੇ। Whatever faith you hold, that's what has happened to you. ਹਾਲੇਲੂਇਆ, Hallelujah. ਹਾਲੇਲੂਇਆ। Hallelujah. ਅੱਜ ਤੋਂ ਲਾ ਕੇ From today, ਜਦੋਂ ਵੀ ਤੁਹਾਡੇ ਜੀਵਨ ਦੇ ਵਿੱਚ ਕੋਈ ਵੀ ਗਲਤ ਸਿਚੁਏਸ਼ਨ ਬਣੇ, whenever you have any wrong situation in your life, ਉਸ ਸਿਚੁਏਸ਼ਨ ਦੇ ਨਾਲ ਗੱਲ ਨਹੀਂ ਕਰਨੀ। don't talk to that situation. ਬਹੁਤ ਲੋਕੀ ਉਸ ਸਿਚੁਏਸ਼ਨ ਦੇ ਨਾਲ ਗੱਲ ਕਰਦੇ ਆ। Many start talking to the situation. ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਂਦਾ ਆ, The word of God teaches us, ਪਹਾੜ ਦੇ ਨਾਲ ਗੱਲ ਨਹੀਂ ਕਰਨੀ, don't speak to the mountain. ਪਹਾੜ ਨੂੰ ਹੁਕਮ ਦੇਣਾ ਆ, Instead, you're going to command the mountain. ਕਹਿਣਾ ਆ ਉਖੜ ਜਾ, And you're going to say, remove, ਤੇ ਉਹ ਤੁਹਾਡੇ ਅੱਗੋਂ ਉਖੜ and he'll ਜਾਏਗਾ। be removed from you. ਤੁਸੀਂ ਪਹਾੜ ਨਾਲ ਗੱਲਾਂ ਨਹੀਂ Instead, ਕਰਨੀਆਂ। you're not going to start talking to the mountain. ਤੁਸੀਂ ਪਹਾੜ ਨੂੰ ਇਹ ਨਹੀਂ ਦੱਸਣਾ ਵੀ ਤੂੰ ਕਿੱਡਾ ਵੱਡਾ ਆ। You're not going to tell the mountain how big you are ਤੁਸੀਂ ਇਹ ਨਹੀਂ ਦੱਸਣਾ ਤੂੰ ਕਿੰਨਾ ਚੌੜਾ or ਆ। how wide you are ਤੁਸੀਂ ਇਹ ਨਹੀਂ ਕਹਿਣਾ ਕਿੰਨਾ ਥਾਂ ਘੇਰਿਆ or ਆ। how much place you have taken. ਤੁਸੀਂ ਉਹਦੇ ਸਾਹਮਣੇ ਖੜੇ ਹੋਣਾ ਆ, You're going to stand in front of it ਔਰ ਉਹਨੂੰ ਕਹਿਣਾ ਉਖੜ ਜਾ। and going to say, remove ਯਿਸੂ ਦੇ ਨਾਮ in the 'ਚ name of Jesus. ਮੈਂ ਹੁਕਮ ਕਰਦਾ I ਆ, command you ਤੇ ਇੱਥੋਂ ਉਖੜ ਜਾ। to be removed from here ਔਰ ਉਹਦੇ ਬਾਅਦ 'ਚ ਧੰਨਵਾਦ ਕਰਦੇ ਰਹਿਣਾ, and then start thanking him ਔਰ ਮੁੜ ਕੇ afterwards. ਉਸ ਪਹਾੜ ਵੱਲ ਵੇਖਣਾ ਨਹੀਂ। And never going to look back into the ਉੱਥੇ mountain. ਤੁਹਾਨੂੰ ਪਰਮੇਸ਼ਵਰ ਖੜਾ ਨਜ਼ਰ ਆਏਗਾ, And you will see Lord standing ਜਿੱਥੇ there ਪਹਾੜ ਖੜਾ where there was a mountain. ਹਾਲੇਲੂਇਆ। Hallelujah. ਜਿੰਨੀ ਦੇਰ ਤੱਕ ਗੱਲਾਂ ਕਰੋਗੇ, Until you will speak to the mountain, ਉਹ ਉੱਥੋਂ ਨਹੀਂ ਜਾਏਗਾ, he won't get removed from ਕਿਉਂਕਿ there. ਤੁਸੀਂ ਉਹਨੂੰ ਇੰਟਰਟੇਨ ਕਰਦੇ ਆ। As you are entertaining the ਵਚਨ mountain. ਵਿੱਚ ਲਿਖਿਆ, As it says in the word, ਸ਼ੈਤਾਨ ਦਾ ਸਾਹਮਣਾ ਕਰੋ, he said, face the devil. ਤੁਹਾਡੇ ਅੱਗੋਂ 7 ਰਾਹਾਂ ਥਾਣੀ ਭੱਜ From ਜੂਗਾ। 7 ways he will run away. ਕਦੀ ਵੀ ਸ਼ੈਤਾਨ ਨੂੰ ਇਹ ਨਹੀਂ ਪੁੱਛਣਾ ਕਿੱਥੋਂ ਆਇਆ ਆ, Never ask the devil where you have come from. ਕਦੀ ਨਹੀਂ ਪੁੱਛਣਾ ਤੇਰਾ ਨਾਂ ਕੀ ਆ, Never ask what's his name is. ਤੁਸੀਂ ਉਹਦੇ ਵਿਚੋਲੇ ਬਣਨਾ ਆ। Why are you going to be the matchmaker? ਬਈ ਤੁਸੀਂ ਪੁੱਛਣਾ ਆ ਵੀ ਤੇਰੇ ਕੋਲੇ ਕੀ ਕੁਛ ਹੈਗਾ ਆ। Are you going to ask what you have? ਵਚਨ ਦੇ ਵਿੱਚ ਲਿਖਿਆ ਉਹ ਝੂਠ ਦਾ ਪਤੰਦਰ He ਆ, said he's the father of the lies. ਉਹ ਤੁਹਾਨੂੰ ਗਲਤ ਨਾਮ ਦੱਸੂਗਾ, He will tell you the wrong name. ਉਹ ਤੁਹਾਨੂੰ ਐਡਰੈਸ ਵੀ ਗਲਤ And ਦੱਸੂਗਾ। even the address. ਤੁਸੀਂ ਕਿਵੇਂ ਉਹਦੇ ਤੇ ਟਰਸਟ ਕਰ How ਸਕਦੇ can you ਹੋ trust him? ਕਿ ਜੋ ਬੋਲ ਰਿਹਾ ਉਹ ਸੱਚ ਆ। Whatever he's telling you is the truth. ਜੇ ਉਹ ਬੋਲਣ ਵੀ ਲੱਗੇ And if he tries to speak, ਤੇ ਉਹਨੂੰ ਕਹੋ ਚੁੱਪ ਕਰ ਜਾ। and you need to tell him to shut up. ਜਦੋਂ ਪ੍ਰਭੂ ਯਿਸੂ ਮਸੀਹ ਦੇ ਨਾਲ ਸ਼ੈਤਾਨ ਗੱਲਾਂ ਕਰਨ ਲੱਗਾ, When devil started talking to Jesus, ਜਦੋਂ ਅਸੀਂ ਗ੍ਰੈਸਨੀ ਵਾਲੀ ਘਟਨਾ ਨੂੰ ਦੇਖਦੇ ਆ, when we see the Grasmi's ਤੇ ਯਿਸੂ story, ਮਸੀਹ ਨੇ ਕੀ ਕਿਹਾ? what did Jesus say? ਚੁੱਪ ਕਰ ਤੇ ਨਿਕਲ ਜਾ। He said, be quiet and leave. ਜਦੋਂ ਵੀ ਸ਼ੈਤਾਨ ਤੁਹਾਡੇ ਨਾਲ ਗੱਲ ਕਰਨ ਲੱਗੇ, Whenever devil tries to speak to you, ਤੁਸੀਂ ਉਹਨੂੰ ਰਿਪਲਾਈ ਨਹੀਂ ਕਰਨਾ, you're not going to reply back to him. ਉਹਨੇ ਨਹੀਂ ਤਾਂ ਤੁਹਾਨੂੰ ਗੱਲਾਂ 'ਚ ਫਸਾ ਲੈਣਾ। Otherwise, he's going to make you get stuck in his ਤੁਸੀਂ talk. ਉਸੇ ਵੇਲੇ ਉਹਨੂੰ ਕਹਿਣਾ ਚੁੱਪ ਕਰ ਤੇ ਨਿਕਲ ਜਾ। At the same time, you're going to say, be quiet and leave. ਅੱਜ ਤੋਂ ਲਾ ਕੇ ਤੁਸੀਂ ਭੂਤਾਂ ਨੂੰ ਕੱਢੋਗੇ, And from today, you will cast the evil spirits out. ਅੱਜ ਤੋਂ ਲਾ ਕੇ ਤੁਸੀਂ
ਸ਼ਿਫਾ ਵਿੱਚ ਬਣੇ ਰਹੋਗੇ And from today, you'll stay in your healing. ਅੱਜ ਤੋਂ ਲਾ ਕੇ ਤੁਸੀਂ ਆਤਮਾ ਵਿੱਚ ਵਧੋਗੇ And from today, you'll grow in the Spirit. ਤੁਸੀਂ ਫੜੋਗੇ And you'll be fruitful. ਤੇ ਤੁਸੀਂ ਪਰਮੇਸ਼ਵਰ ਦੀਆਂ ਠਹਿਰਾਈਆਂ ਬਰਕਤਾਂ ਨੂੰ ਕਬਜ਼ੇ 'ਚ ਲੈ And ਲਓਗੇ you'll receive all the blessings of the Lord. ਪਰਮੇਸ਼ਵਰ ਤੁਹਾਨੂੰ ਅਬਰਾਹਮ ਇਸਹਾਕ ਤੇ ਯਾਕੂਬ ਦੀ ਬਰਕਤ ਦੇਵੇ Lord,